ਹੁਣ ਗੁਰਦੇਵ ਪਾਤਸ਼ਾਹ ਜੀ ਅਗਲਾ ਬਚਨ ਕਰਦੇ ਨੇ, ਗੁਰਮੁਖ ਜਪੀਐ ਅੰਤਰ ਪਿਆਰ। ਅੰਤਰ ਪਿਆਰ ਦਾ ਮਤਲਬ ਅੰਦਰ ਦੇ ਪਿਆਰ ਨਾਲ, ਦਿਲੀ ਪਿਆਰ ਦੇ ਨਾਲ। ਜਦੋਂ ਕੋਈ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦਾ ਹੈ, ਗੁਰੂ ਗਿਆਨ ਹਾਸਲ ਕਰਦਾ ਹੈ, ਤਾਂ ਗੁਰੂ ਗਿਆਨ ਰਾਹੀਂ ਦਿਲੀ ਪਿਆਰ ਦੇ ਨਾਲ ਪ੍ਰਭੂ ਦੇ ਗੁਣ ਗਾ ਸਕੀਦੇ ਨੇ, ਪ੍ਰਭੂ ਦੇ ਗੁਣਾਂ ਨੂੰ ਅਪਣਾ ਸਕੀਦਾ ਹੈ। ਤਾਂ ਇੱਥੇ ਸਿੱਧਾਂ ਨੂੰ ਉਪਦੇਸ਼ ਕੀਤਾ ਜਾ ਰਿਹਾ ਹੈ ਕਿ ਸੰਸਾਰ ਤਿਆਗਣ ਦੀ ਲੋੜ ਨਹੀਂ ਹੈ, ਸਗੋਂ ਗੁਰੂ ਗਿਆਨ ਦੇ ਚਾਨਣੇ ਵਿੱਚ ਰਹਿ ਕੇ ਗ੍ਰਸਤ ਔਰ ਸਮਾਜ ਦੇ ਵਿੱਚ ਰਹਿੰਦਿਆਂ ਜੋ ਰੱਬੀ ਗੁਣ ਨੇ ਉਹਨਾਂ ਦੇ ਨਾਲ ਦਿਲੀ ਪ੍ਰੀਤ ਪਾਣੀ ਹੈ। ਸਤ ਸੰਤੋਖ ਵਗੈਰਾ ਜਿੰਨੇ ਵੀ ਗੁਣ ਨੇ ਉਹਨਾਂ ਦੇ ਨਾਲ ਦਿਲੀ ਪ੍ਰੀਤ ਪਾਣੀ ਹੈ। ਮਨ ਕਰਕੇ ਪਿਆਰ ਕਰਨਾ ਹੈ ਰੱਬੀ ਗੁਣਾਂ ਦੇ ਨਾਲ, ਮਨ ਬਚਨ ਔਰ ਕਰਮ ਕਰਕੇ ਰੱਬੀ ਗੁਣਾਂ ਦੇ ਧਾਰਨੀ ਹੋਣਾ ਹੈ ਔਰ ਗਿਆਨ ਮੁਤਾਬਕ ਜ਼ਿੰਦਗੀ ਜੀਣੀ ਹੈ। ਇਸ ਲਈ ਗ੍ਰਸਤ ਦੇ ਤਿਆਗ ਦੀ ਲੋੜ ਨਹੀਂ, ਸੰਸਾਰ ਤਿਆਗਣ ਦੀ ਲੋੜ ਨਹੀਂ, ਪਹਾੜਾਂ ਵਿੱਚ ਚੜਨ ਦੀ ਲੋੜ ਨਹੀਂ, ਗੁਫਾਵਾਂ ਵਿੱਚ ਵੜਨ ਦੀ ਲੋੜ ਨਹੀਂ, ਬਾਹਰ ਦੇ ਭੇਖ ਧਾਰਨ ਕਰਨ ਦੀ ਜ਼ਰੂਰਤ ਨਹੀਂ ਹੈ। ਸਗੋਂ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦਿਆਂ ਦਿਲੀ ਪਿਆਰ ਦੇ ਨਾਲ ਰੱਬੀ ਗੁਣਾਂ ਨੂੰ ਅਪਣਾਉਣ ਦੀ ਜ਼ਰੂਰਤ। ਗੁਰਮੁਖ ਪਾਈਐ ਸ਼ਬਦ ਆਚਾਰ। ਆਚਾਰ ਦਾ ਮਤਲਬ ਹੈ ਉੱਚਾ ਆਚਰਨ। ਗੁਰੂ ਸ਼ਬਦ ਦੀ ਰਾਹੀਂ ਉੱਚਾ ਆਚਰਨ ਪ੍ਰਾਪਤ ਹੁੰਦਾ ਹੈ। ਗੁਰੂ ਸ਼ਬਦ ਦੀ ਰਾਹੀਂ ਉੱਚਾ ਆਚਰਨ ਪ੍ਰਾਪਤ ਹੁੰਦਾ ਹੈ, ਉੱਚੀ ਸੋਚ ਪ੍ਰਾਪਤ ਹੁੰਦੀ ਹੈ ਔਰ ਬੰਦਾ ਸੱਚ ਦੇ ਵਿੱਚ ਲੀਨ ਹੋ ਜਾਂਦਾ ਹੈ। ਇਸ ਲਈ ਸੰਸਾਰ ਤਿਆਗਣ ਦੀ ਲੋੜ ਨਹੀਂ ਹੈ, ਗ੍ਰਸਤ ਤਿਆਗਣ ਦੀ ਲੋੜ ਨਹੀਂ ਹੈ, ਕੰਦਰਾਂ ਵਿੱਚ ਵੜਨ ਦੀ ਲੋੜ ਨਹੀਂ, ਭੋਰੇ ਬਣਾਉਣ ਦੀ ਲੋੜ ਨਹੀਂ। ਉੱਚਾ ਆਚਰਨ ਬਣਾ ਕੇ ਜ਼ਿੰਦਗੀ ਜੀਣ ਦੀ ਜ਼ਰੂਰਤ ਹੈ। ਔਰ ਗੁਰੂ ਗਿਆਨ ਮੁਤਾਬਕ ਜੋ ਜ਼ਿੰਦਗੀ ਜੀਂਦਾ ਹੈ ਉਹਨੂੰ ਉੱਚਾ ਆਚਰਨ ਪ੍ਰਾਪਤ ਹੋ ਜਾਂਦਾ ਹੈ। ਉੱਚੇ ਆਚਰਨ ਦਾ ਧਾਰਨੀ ਹੋ ਕੇ ਸੰਸਾਰ ਦੇ ਵਿੱਚ ਜੀਂਦਾ ਹੈ। ਤਾਂ ਜੇ ਇਸ ਗੱਲ ਨੂੰ ਲੋਕ ਸਮਝ ਜਾਣ ਤਾਂ ਸਾਨੂੰ ਸਮਝ ਪੈ ਜਾਏਗੀ ਕਿ ਉੱਚਾ ਆਚਰਨ ਬਣਾਉਣ ਦੀ ਜ਼ਰੂਰਤ ਹੈ, ਸੰਸਾਰ ਨੂੰ ਗ੍ਰਸਤ ਨੂੰ ਤਿਆਗਣ ਦੀ ਜ਼ਰੂਰਤ ਨਹੀਂ ਹੈ। ਤਾਂ ਅੱਜ ਜਦੋਂ ਅਸੀਂ ਆਮ ਬਾਬਿਆਂ ਵੱਲ ਦੇਖਦੇ ਹਾਂ ਤਾਂ ਉਹ ਵੀ ਇਹ ਸਾਨੂੰ ਦੂਜਾ ਰੂਪ ਹੀ ਨਜ਼ਰੀ ਪੈਂਦਾ ਹੈ। ਉਹ ਜੰਗਲਾਂ ਵਿੱਚ ਵਿਚਰ ਰਹੇ ਸਨ, ਇੱਥੇ ਭੋਰੇ ਬਣਾਏ ਹੋਏ ਨੇ ਜਾਂ ਡੇਰੇ ਬਣਾਏ ਨੇ, ਫਰਕ ਕੋਈ ਨਹੀਂ ਹੈ। ਜ਼ਰੂਰਤ ਤਿਆਗ ਦੀ ਲੋੜ ਨਹੀਂ, ਜ਼ਰੂਰਤ ਉੱਚੇ ਆਚਰਨ ਮੁਤਾਬਕ ਜ਼ਿੰਦਗੀ ਜੀਣ ਦੀ ਹੈ। ਸ਼ਬਦ ਭੇਦ ਜਾਣੈ ਜਾਣਾਈ। ਇੱਥੇ ਭੇਦ ਦਾ ਮਤਲਬ ਹੈ ਵਿੰਨਣਾ। ਸ਼ਬਦ ਦੇ ਦੱਦੇ ਨਾਲ ਸਿਹਾਰੀ ਹੈ, ਸ਼ਬਦ ਰਾਹੀਂ ਆਪਣੇ ਹਿਰਦੇ ਨੂੰ ਵਿੰਨਣਾ, ਯਾਨੀ ਆਪਣੇ ਮਤ ਦੇ ਅੰਦਰ ਗੁਰੂ ਗਿਆਨ ਨੂੰ ਵਸਾਣਾ। ਜੋ ਗੁਰੂ ਗਿਆਨ ਦੇ ਨਾਲ ਆਪਣੇ ਹਿਰਦੇ ਨੂੰ ਵਿੰਨਦਾ ਹੈ, ਯਾਨੀ ਆਪਣੇ ਅੰਦਰ ਗੁਰੂ ਗਿਆਨ ਨੂੰ ਵਸਾਉਂਦਾ ਹੈ। ਜਾਣੇ ਦਾ ਮਤਲਬ ਫਿਰ ਉਹ ਸੱਚ ਨੂੰ ਜਾਣ ਲੈਂਦਾ ਹੈ, ਅਸਲੀਅਤ ਨੂੰ ਸਮਝਦਾ ਹੈ, ਤੇ ਜਾਣਾਈ ਦਾ ਮਤਲਬ ਉਹ ਦੂਜਿਆਂ ਨੂੰ ਵੀ ਇਸ ਚੀਜ਼ ਦਾ ਗਿਆਨ ਦਿੰਦਾ ਹੈ, ਦੂਜਿਆਂ ਨੂੰ ਵੀ ਉਪਦੇਸ਼ ਕਰਦਾ ਹੈ। ਗੁਰੂ ਦੇ ਗਿਆਨ ਰਾਹੀਂ ਆਪਣੀ ਅਗਿਆਨਤਾ ਨੂੰ ਵਿੰਨ ਕੇ, ਅਗਿਆਨਤਾ ਨੂੰ ਖਤਮ ਕਰਕੇ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਬੰਦਾ ਸੱਚ ਨੂੰ ਜਾਣ ਲੈਂਦਾ ਹੈ, ਅਸਲੀਅਤ ਨੂੰ ਜਾਣ ਲੈਂਦਾ ਹੈ, ਤੇ ਅਸਲੀਅਤ ਨੂੰ ਜਾਣ ਕੇ ਫਿਰ ਉਹ ਦੂਜਿਆਂ ਨੂੰ ਵੀ ਅਸਲੀਅਤ ਸਮਝਾਉਂਦਾ ਹੈ ਕਿ ਸੰਸਾਰ ਦੀ ਜਾਂ ਜ਼ਿੰਦਗੀ ਦੀ ਅਸਲੀਅਤ ਕੀ ਹੈ, ਸਾਡੇ ਜੀਵਨ ਦਾ ਗੋਲ ਕੀ ਹੈ, ਕਿਵੇਂ ਅਸੀਂ ਸੁਖੀ ਔਰ ਸ਼ਾਂਤ ਰਹਿ ਸਕਦੇ ਹਾਂ, ਕਿਵੇਂ ਇਸ ਗ੍ਰਸਤ ਦੇ ਅੰਦਰ ਰਹਿੰਦੇ ਹਾਂ ਆਪਣੇ ਫਰਜ਼ਾਂ ਨੂੰ ਪੂਰੀਆਂ ਕਰਦੇ ਹਾਂ ਅਸੀਂ ਆਪਣੇ ਗ੍ਰਸਤ ਨੂੰ ਸਵਰਗ ਬਣਾ ਸਕਦੇ ਹਾਂ। ਇਸ ਭੇਦ ਨੂੰ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਬੰਦਾ ਆਪ ਵੀ ਜਾਣਦਾ ਹੈ ਤੇ ਫਿਰ ਉਹ ਦੂਜਿਆਂ ਨੂੰ ਜਣਾਉਂਦਾ ਹੈ, ਦੂਜਿਆਂ ਨੂੰ ਵੀ ਉਪਦੇਸ਼ ਕਰਦਾ ਹੈ। ਅਗਲਾ ਬਚਨ ਗੁਰੂ ਜੀ ਕਹਿੰਦੇ ਨੇ, ਨਾਨਕ ਹਉਮੈ ਜਾਲ ਸਮਾਈ। ਕਿ ਹੇ ਨਾਨਕ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਹਉਮੈ ਜਾਲ ਦਾ ਮਤਲਬ ਆਪਣੀ ਹਉਮੈ ਨੂੰ ਸਾੜ ਕੇ, ਸਮਾਈ ਦਾ ਮਤਲਬ ਰੱਬ ਦੇ ਵਿੱਚ ਹੀ ਸਮਾ ਜਾਂਦਾ ਹੈ। ਆਪਣੀ ਈਗੋ ਨੂੰ, ਆਪਣੀ ਹਉਮੈ ਨੂੰ ਜਲਾ ਕੇ ਤੇ ਰੱਬ ਦੇ ਵਿੱਚ ਸਮਾ ਕੇ ਰੱਬ ਦਾ ਰੂਪ ਹੋ ਜਾਂਦਾ ਹੈ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਔਰ ਗੁਰੂਦੇਵ ਨੇ ਪਾਵਨ ਬਾਣੀ ਵਿੱਚ ਥਾਂ ਪਰ ਥਾਂ ਸਾਨੂੰ ਸਮਝਾਇਆ ਹੈ ਕਿ ਜਦੋਂ ਹਉਮੈ ਹੁੰਦੀ ਹੈ ਉਦੋਂ ਤੂੰ ਨਹੀਂ, ਜਿੱਥੇ ਤੂੰ ਹੈ ਉੱਥੇ ਮੈਂ ਨਹੀਂ। ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਥਾਂ। ਹਉਮੈ ਔਰ ਪ੍ਰਭੂ ਦਾ ਨਾਮ ਇੱਕ ਥਾਂ ਤੇ ਦੋਵੇਂ ਨਹੀਂ ਵਸਦੇ, ਵਿਰੋਧੀ ਤੱਤ ਨੇ। ਜਿੱਥੇ ਹਨੇਰਾ ਹੈ ਉੱਥੇ ਚਾਨਣ ਨਹੀਂ, ਔਰ ਜਿੱਥੇ ਚਾਨਣ ਹੈ ਉੱਥੇ ਹਨੇਰਾ ਨਹੀਂ।
ਤਾਂ ਜਿੱਥੇ ਨਾਮ ਹੈ, ਰੱਬ ਦਾ ਹੁਕਮ ਹੈ, ਜਿੱਥੇ ਸੱਚ ਹੈ, ਗਿਆਨ ਹੈ, ਉੱਥੇ ਹਉਮੈ ਨਹੀਂ ਹੈ। ਔਰ ਜਿੱਥੇ ਹਉਮੈ ਹੈ ਉੱਥੇ ਸੱਚ ਨਹੀਂ ਹੈ, ਉੱਥੇ ਅਸਲੀਅਤ ਨਹੀਂ ਹੈ, ਉੱਥੇ ਰੱਬੀ ਰਜ਼ਾ ਔਰ ਭਾਣਾ ਨਹੀਂ ਹੈ। ਤਾਂ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਉਹ ਆਪਣੀ ਹੰਗਤਾ ਨੂੰ ਜਲਾ ਕੇ ਸਦਾ ਸਦਾ ਵਾਸਤੇ ਸੱਚ ਦੇ ਅੰਦਰ, ਪ੍ਰਭੂ ਦੇ ਅੰਦਰ ਲੀਨ ਹੋ ਜਾਂਦਾ ਹੈ। ਤਾਂ ਤਿਆਗ ਕਰਨ ਦੀ ਲੋੜ ਨਹੀਂ ਕਿ ਸੰਸਾਰ ਨੂੰ ਛੱਡੀਏ, ਗ੍ਰਸਤ ਨੂੰ ਤਿਆਗੀਏ। ਜ਼ਰੂਰਤ ਤਾਂ ਆਪਣੀ ਈਗੋ ਨੂੰ ਤਿਆਗਣ ਦੀ ਹੈ। ਨਾ ਇਨਫੀਰੀਓਰਿਟੀ ਕੰਪਲੈਕਸ ਹੋਵੇ ਔਰ ਨਾ ਸੁਪਰੀਓਰਿਟੀ ਕੰਪਲੈਕਸ ਹੋਵੇ। ਯਾਨੀ ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਦੇ ਧਾਰਨੀ ਹੋਣਾ। ਜਿਸ ਨੇ ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਨੂੰ ਅਪਣਾ ਲਿਆ, ਬ੍ਰਹਿਮੰਡੀ ਸੱਚ ਨੂੰ ਸਮਝ ਲਿਆ, ਯੂਨੀਵਰਸਲ ਟਰੁੱਥ ਦੇ ਅੰਦਰ ਜਿਸ ਦੀ ਸੁਰਤ ਸਮਾ ਗਈ, ਉਹ ਪ੍ਰਭੂ ਦੇ ਅੰਦਰ ਲੀਨ ਹੋ ਗਿਆ। ਗੁਰਮੁਖ ਧਰਤੀ ਸਾਚੈ ਸਾਜੀ, ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ ਮਨੁੱਖ ਨੂੰ ਸਮਝ ਪੈ ਜਾਂਦੀ ਹੈ ਕਿ ਇਹ ਜੋ ਧਰਤੀ ਹੈ, ਧਰਤੀ ਦਾ ਮਤਲਬ ਇੱਥੇ ਸਾਰੀ ਕਾਇਨਾਤ, ਸਾਰੀ ਸ੍ਰਿਸ਼ਟੀ ਲੈਣਾ ਹੈ ਕਿ ਇਹ ਸ੍ਰਿਸ਼ਟੀ ਸੱਚੇ ਨੇ ਸਿਰਜੀ ਹੈ। ਪ੍ਰਭੂ ਤੋਂ ਇਹ ਪੈਦਾ ਹੋਈ ਹੈ, ਪ੍ਰਭੂ ਨੇ ਸ੍ਰਿਸ਼ਟੀ ਸਿਰਜੀ ਹੈ। ਇਹਦਾ ਸਿਰਜਣ ਵਾਲਾ ਕੋਈ ਹੋਰ ਨਹੀਂ ਹੈ, ਕੋਈ ਬ੍ਰਹਮਾ ਵਿਸ਼ਨੂੰ ਮਹੇਸ਼ ਨਹੀਂ ਹੈ, ਕੋਈ ਹੋਰ ਦੇਵੀ ਦੇਵਤਾ ਨਹੀਂ ਹੈ, ਸਗੋਂ ਉਹ ਪ੍ਰਭੂ ਆਪ ਹੀ ਸੰਸਾਰ ਰੂਪ ਹੋਇਆ ਹੈ। ਅਵਿਗਤੋ ਨਿਰਮਾਇਲ ਉਪਜੈ, ਨਿਰਗੁਣ ਤੇ ਸਤਗੁਣ ਥੀਆ। ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਪਿਆ ਸਮਝ ਪੈ ਜਾਂਦੀ ਹੈ ਕਿ ਇਹ ਧਰਤੀ ਜਿਹੜੀ ਹੈ, ਸੰਸਾਰ ਜਿਹੜਾ ਹੈ, ਸੱਚੇ ਨੇ ਸਿਰਜਿਆ ਹੈ। ਤੇ ਸਿਰਜਿਆ ਕਿਉਂ ਹੈ? ਇੱਥੇ ਸਾਡੇ ਜੀਵਨ ਦਾ ਮਕਸਦ ਕੀ ਹੈ? ਸਿਰਜਿਆ ਕਿਉਂ ਹੈ ਦਾ ਮਤਲਬ ਕਿ ਸਾਡੇ ਜੀਵਨ ਦਾ ਮਕਸਦ ਕੀ ਹੈ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਇੱਥੇ ਅਸੀਂ ਆਪਣੇ ਫਰਜ਼ਾਂ ਨੂੰ ਪੂਰੀਆਂ ਕਰਨਾ ਹੈ। ਕਿਉਂਕਿ ਜਦੋਂ ਅਸੀਂ ਕਾਇਨਾਤ ਵੱਲ ਵੇਖਦੇ ਹਾਂ ਤਾਂ ਇੱਥੇ ਹਰ ਚੀਜ਼ ਨਿਯਮ ਦੇ ਅੰਦਰ ਕੰਮ ਕਰ ਰਹੀ ਪ੍ਰਤੀਤ ਹੁੰਦੀ ਹੈ। ਹਰ ਸ਼ੈ ਹੁਕਮ ਦੇ ਅੰਦਰ, ਸਿਸਟਮ ਦੇ ਅੰਦਰ ਚੱਲ ਰਹੀ ਹੈ। ਸੂਰਜ ਹੈ, ਚੰਦਰਮਾ ਹੈ, ਗ੍ਰਹਿ ਨਕਸ਼ਤਰ ਆਦਿਕ ਨੇ, ਰੁੱਖ ਦਰਖਤ ਨੇ, ਜੋ ਵੀ ਹੈ। ਤਾਂ ਅਸੀਂ ਵੀ ਇੱਥੇ ਨੇਮਬੱਧ ਜ਼ਿੰਦਗੀ ਜੀਣੀ ਹੈ ਔਰ ਆਪਣੇ ਫਰਜ਼ਾਂ ਨੂੰ ਪੂਰੀਆਂ ਕਰਨਾ ਹੈ। ਧਰਮ ਦਾ ਮਤਲਬ ਹੀ ਫਰਜ਼ ਹੈ। ਤਾਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਇਆ ਮਨੁੱਖ ਨੂੰ ਸਮਝ ਪੈ ਜਾਂਦੀ ਹੈ ਕਿ ਇਹ ਕਾਇਨਾਤ ਪ੍ਰਭੂ ਨੇ ਸਿਰਜੀ ਹੈ। ਇੱਥੇ ਅਸੀਂ ਆਪਣੇ ਫਰਜ਼ਾਂ ਨੂੰ ਪੂਰੀਆਂ ਕਰਨਾ ਹੈ। ਫਰਜ਼ਾਂ ਨੂੰ ਛੱਡ ਕੇ ਭਗੌੜਾ ਨਹੀਂ ਹੋਣਾ ਤੇ ਉਹਨਾਂ ਫਰਜ਼ਾਂ ਨੂੰ ਸੱਚ ਦੇ ਰਾਹਾਂ ਤੇ ਚੱਲ ਕੇ ਅਸਾਂ ਨਿਭਾਉਣਾ ਹੈ। ਤਿਸਮਹਿ ਓਪਤ ਖਪਤ ਸੁਬਾਜੀ, ਬਾਜੀ ਦਾ ਮਤਲਬ ਖੇਲ। ਤੇ ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ ਇਹ ਸਮਝ ਪੈ ਜਾਂਦੀ ਹੈ ਕਿ ਇਸ ਧਰਤੀ ਤੇ ਯਾਨੀ ਸ੍ਰਿਸ਼ਟੀ ਵਿੱਚ ਓਪਤ ਦਾ ਮਤਲਬ ਉਤਪਤੀ ਤੇ ਖਪਤ ਦਾ ਮਤਲਬ ਹੈ ਖਾਤਮਾ, ਨਾਸ ਹੋਣਾ। ਬਾਜੀ ਦਾ ਮਤਲਬ ਖੇਲ, ਕਿ ਇਸ ਸੰਸਾਰ ਦੇ ਅੰਦਰ ਉਤਪਤੀ ਔਰ ਨਾਸ, ਜਨਮ ਔਰ ਮੌਤ ਇੱਕ ਖੇਲ ਹੈ। ਜਨਮ ਵੀ ਔਰ ਮੌਤ ਵੀ ਇੱਕ ਖੇਲ ਹੈ। ਤਾਂ ਫਿਰ ਬੰਦਾ ਜਿਹੜਾ ਨਾ, ਜਦੋਂ ਇਹ ਸਮਝ ਜਾਵੇ ਕਿ ਇਹ ਖੇਲ ਹੈ, ਤਾਂ ਫਿਰ ਬੰਦੇ ਨੂੰ ਮੌਤ ਦਾ ਡਰ ਨਹੀਂ ਹੁੰਦਾ, ਮੌਤ ਇਹਨੂੰ ਭੈਭੀਤ ਨਹੀਂ ਕਰਦੀ। ਸਗੋਂ ਜਨਮ ਤੋਂ ਲੈ ਕੇ ਮਰਨ ਤੱਕ ਇਸ ਜੀਵਨ ਨੂੰ ਇੱਕ ਖੇਲ ਸਮਝ ਕੇ ਖੇਲਦਾ ਹੈ। ਦੋ ਚੀਜ਼ਾਂ ਨੇ, ਆਪਾਂ ਪਹਿਲਾਂ ਕਈ ਵਾਰ ਇਹ ਚੀਜ਼ ਵਿਚਾਰੀ ਹੈ ਕਿ ਇੱਕ ਤੇ ਹੈ ਇਸ ਜੀਵਨ ਨੂੰ ਅਖਾੜਾ ਬਣਾਉਣਾ, ਜੰਗ ਬਣਾਉਣਾ। ਜੰਗ ਦੇ ਅੰਦਰ ਵੀ ਜਿੱਤ ਹਾਰ ਹੁੰਦੀ ਹੈ ਤੇ ਖੇਲ ਦੇ ਅੰਦਰ ਵੀ ਜਿੱਤ ਹਾਰ ਹੁੰਦੀ ਹੈ। ਪਰ ਜੰਗ ਦੇ ਅੰਦਰ ਦੁੱਖ ਹੈ, ਜੰਗ ਦੇ ਅੰਦਰ ਤਕਲੀਫ ਹੈ, ਜੰਗ ਦੇ ਅੰਦਰ ਵੈਰ ਭਾਵ ਹੈ, ਕਤਲੋਗਾਰਤ ਹੈ। ਲੇਕਿਨ ਖੇਲ ਦੇ ਅੰਦਰ ਵੈਰ ਭਾਵ ਨਹੀਂ ਹੈ। ਖੇਲ ਦੇ ਅੰਦਰ ਮਿੱਤਰਤਾ ਹੈ, ਖੇਲ ਦੇ ਅੰਦਰ ਖੁਸ਼ੀ ਹੈ ਔਰ ਖੇਲ ਦੇ ਅੰਦਰ ਆਪਣੇ ਫਰਜ਼ਾਂ ਨੂੰ ਪੂਰੀਆਂ ਕਰਨਾ। ਤੇ ਕਈ ਵਾਰ ਐਸਾ ਹੁੰਦਾ ਨਾ, ਕੋਈ ਟੀਮ ਹਾਰ ਜਾਂਦੀ ਹੈ, ਪਰ ਮੈਨ ਆਫ ਦਾ ਮੈਚ ਉਸ ਹਾਰੀ ਹੋਈ ਟੀਮ ਦੇ ਕਿਸੇ ਖਿਡਾਰੀ ਨੂੰ ਮਿਲ ਜਾਂਦਾ ਹੈ। ਉਹਦਾ ਰੀਜ਼ਨ ਕੀ ਹੈ? ਉਹਦਾ ਰੀਜ਼ਨ ਇਹ ਹੈ ਕਿ ਉਸ ਖਿਡਾਰੀ ਨੇ ਖੇਲ ਦੇ ਨਿਯਮਾਂ ਨੂੰ ਬਹੁਤ ਚੰਗੀ ਤਰ੍ਹਾਂ ਫੋਲੋ ਕੀਤਾ ਹੈ ਔਰ ਆਪਣਾ ਜੋ ਉਸਨੂੰ ਪਾਰਟ ਮਿਲਿਆ ਸੀ ਉਹਨੂੰ ਬੜੀ ਸ਼ਿੱਦਤ ਦੇ ਨਾਲ ਨਿਭਾਇਆ ਹੈ, ਬੜੀ ਤਨਦੇਹੀ ਦੇ ਨਾਲ ਖੇਲਿਆ ਹੈ। ਤਾਂ ਇਹਦਾ ਮਤਲਬ ਇਹ ਜੀਵਨ ਵੀ ਇੱਕ ਖੇਲ ਹੈ। ਜਨਮ ਤੋਂ ਲੈ ਕੇ ਮਰਨ ਤੱਕ ਜੋ ਸਾਨੂੰ ਸਮਾਂ ਮਿਲਿਆ ਹੈ ਉਹਨੂੰ ਅਸੀਂ ਜੀਵਨ ਕਹਿੰਦੇ ਹਾਂ। ਇਹ ਜੀਵਨ ਖੇਲ ਦੇ ਅੰਦਰ ਸਾਨੂੰ ਬਹੁਤ ਸਾਰੇ ਪਾਰਟ ਮਿਲੇ ਨੇ, ਬਹੁਤ ਸਾਰੇ ਰੋਲ ਮਿਲੇ ਨੇ, ਤੇ ਉਹ ਜਿਹੜੇ ਰੋਲ ਨੇ ਉਹਨਾਂ ਨੂੰ ਅਸੀਂ ਨਿਭਾਉਣਾ ਹੈ। ਕਿਤੇ
ਕਿਸੇ ਨੂੰ ਧੀ ਦਾ, ਮਾਂ ਦਾ, ਨੂੰਹ ਦਾ, ਸੱਸ ਦਾ, ਕਿਸੇ ਨੂੰ ਪੁੱਤਰ ਦਾ, ਪਿਓ ਦਾ, ਚਾਚੇ ਤਾਇਆਂ ਦਾ, ਇਹ ਸਾਰੇ ਰੋਲ ਮਿਲੇ ਨੇ। ਇਹਨਾਂ ਨੂੰ ਅਸੀਂ ਸੱਚਾਈ ਨੂੰ ਬੇਸ ਬਣਾ ਕੇ ਨਿਭਾਉਣਾ ਹੈ, ਤੇ ਜਿਹੜਾ ਬੜੀ ਇਮਾਨਦਾਰੀ ਦੇ ਨਾਲ, ਬੜੇ ਉਦਮ ਦੇ ਨਾਲ ਇਹਨਾਂ ਮਿਲੇ ਹੋਏ ਫਰਜ਼ਾਂ ਨੂੰ ਨਿਭਾ ਜਾਂਦਾ ਹੈ, ਉਹ ਇਸ ਜੀਵਨ ਬਾਜੀ ਦੇ ਅੰਦਰ ਜਿੱਤ ਜਾਂਦਾ ਹੈ। ਉਹਦਾ ਜੀਵਨਾ, ਉਹਦਾ ਖੇਲਣਾ ਸਫਲ ਹੋ ਜਾਂਦਾ ਹੈ, ਉਹਨੂੰ ਜ਼ਿੰਦਗੀ ਦੇ ਅੰਦਰ ਖੁਸ਼ੀ ਮਿਲਦੀ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਨਮ ਤੋਂ ਲੈ ਕੇ ਮਰਨ, ਜਨਮ ਔਰ ਮਰਨ ਇਸ ਸੰਸਾਰ ਦੇ ਅੰਦਰ ਖੇਲ ਹੈ, ਔਰ ਇਹਨੂੰ ਇੱਕ ਖੇਲ ਸਮਝ ਕੇ ਖੇਲਣਾ ਹੈ। ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਬੰਦੇ ਨੂੰ ਇਹ ਸਮਝ ਪੈ ਜਾਂਦੀ ਹੈ ਕਿ ਉਤਪत्ति ਔਰ ਵਿਨਾਸ਼, ਜਨਮ ਔਰ ਮੌਤ ਇਸ ਦੁਨੀਆ ਦੇ ਅੰਦਰ ਖੇਲ ਹੈ, ਔਰ ਇਸ ਖੇਲ ਨੂੰ ਮੈਂ ਚੰਗੀ ਤਰ੍ਹਾਂ ਖੇਲਣਾ ਹੈ। ਗੁਰ ਕੈ ਸ਼ਬਦ ਰਪੈ ਰੰਗ ਲਾਏ। ਇੱਥੇ ਰਪੈ ਦਾ ਮਤਲਬ ਹੈ ਰੰਗੀਜ ਜਾਂਦਾ ਹੈ, ਰੰਗਿਆ ਜਾਂਦਾ ਹੈ। ਰਪੈ ਦਾ ਮਤਲਬ ਰੰਗਿਆ ਜਾਂਦਾ ਹੈ, ਤੇ ਰੰਗ ਦਾ ਮਤਲਬ ਹੈ ਪਿਆਰ। ਗੁਰ ਕੈ ਸ਼ਬਦ ਦਾ ਮਤਲਬ ਗੁਰੂ ਦੇ ਸ਼ਬਦ ਦੀ ਰਾਹੀਂ, ਗੁਰੂ ਦੇ ਦਿੱਤੇ ਵੇ ਆਫ ਲਾਈਫ ਰਾਹੀਂ, ਗੁਰੂ ਦੇ ਗਿਆਨ ਰਾਹੀਂ ਜਿਹੜਾ ਬੰਦਾ ਹੈ ਪ੍ਰਭੂ ਪਿਆਰ ਦੇ ਨਾਲ ਰੰਗਿਆ ਜਾਂਦਾ ਹੈ, ਸ਼ੁਭ ਗੁਣਾਂ ਦੇ ਨਾਲ ਆਪਣੇ ਆਪ ਨੂੰ ਰੰਗ ਲੈਂਦਾ ਹੈ। ਤੇ ਰੰਗੀ ਕਿਹੜੀ ਚੀਜ਼ ਜਾਂਦੀ ਹੈ? ਜਿਸ ਵਿੱਚ ਪਾਣੀ ਆਰ ਪਾਰ ਹੋ ਜਾਏ। ਜਦੋਂ ਅਸੀਂ ਕੱਪੜਾ ਭਿਉਂਦੇ ਹਾਂ ਤਾਂ ਭਿੱਜਦਾ ਕੱਪੜਾ ਉਹ ਹੀ ਹੈ ਜਿਸ ਕੱਪੜੇ ਦੇ ਪਾਣੀ ਆਰ ਪਾਰ ਲੰਘ ਜਾਂਦਾ ਹੈ। ਜਿਹੜਾ ਵਾਟਰਪ੍ਰੂਫ ਕੱਪੜਾ ਹੈ ਕੋਈ, ਉਹਦੇ ਆਰ ਪਾਰ ਪਾਣੀ ਲੰਘਦਾ ਨਹੀਂ ਤੇ ਉਹ ਕੱਪੜੇ ਤੇ ਰੰਗ ਵੀ ਨਹੀਂ ਚੜ੍ਹਦਾ। ਜਦੋਂ ਆਰ ਪਾਰ ਪਾਣੀ ਹੁੰਦਾ ਹੈ ਤਾਂ ਹੀ ਜਿਹੜਾ ਹੈ ਕੱਪੜਾ ਰੰਗਿਆ ਜਾ ਸਕਦਾ ਹੈ। ਤੇ ਜੇ ਪਾਣੀ ਅੰਦਰ ਪ੍ਰਵੇਸ਼ ਹੀ ਨਹੀਂ ਕਰ ਰਿਹਾ ਤਾਂ ਉਹ ਕੱਪੜਾ ਰੰਗਿਆ ਨਹੀਂ ਜਾਏਗਾ। ਇਸੇ ਤਰ੍ਹਾਂ ਸਾਡਾ ਮਨ, ਸਾਡੀ ਮੈਂਟੈਲਿਟੀ, ਸਾਡੀ ਮਾਨਸਿਕਤਾ, ਸਾਡੀ ਸੋਚ ਪ੍ਰੇਮ ਦੇ ਨਾਲ, ਰੱਬੀ ਗੁਣਾਂ ਦੇ ਨਾਲ ਤਾਂ ਰੰਗੀ ਜਾਏਗੀ ਜੇ ਅੰਦਰ ਪਾਣੀ, ਅੰਦਰ ਜਿਹੜੀ ਬਾਣੀ ਹੈ ਉਹ ਪ੍ਰਵੇਸ਼ ਕਰੇਗੀ, ਅੰਦਰ ਸੱਚ ਪ੍ਰਵੇਸ਼ ਕਰੇਗਾ, ਅੰਦਰ ਪ੍ਰੇਮ ਪ੍ਰਵੇਸ਼ ਕਰੇਗਾ। ਤੇ ਜੇ ਸਾਡੇ ਮਨ ਦੇ ਅੰਦਰ ਪ੍ਰੇਮ, ਸੱਚ ਜਾਂ ਗੁਣ ਪ੍ਰਵੇਸ਼ ਕਰ ਹੀ ਨਹੀਂ ਰਹੇ ਤਾਂ ਸਾਡਾ ਮਨ ਰੰਗਿਆ ਨਹੀਂ ਜਾਏਗਾ। ਇਸ ਲਈ ਸੋਚ ਦੇ ਅੰਦਰ ਇਹਨਾਂ ਗੁਣਾਂ ਨੂੰ ਵਸਾਉਣਾ ਹੈ। ਤੇ ਜੋ ਗੁਰੂ ਦੇ ਸ਼ਬਦ ਨੂੰ ਜਾਣਨ ਵਾਲਾ ਨਾ, ਉਪਦੇਸ਼ ਨੂੰ, ਗੁਰੂ ਦੇ ਗਿਆਨ ਰਾਹੀਂ ਇਹ ਸਮਝ ਆ ਜਾਂਦੀ ਹੈ, ਔਰ ਗੁਰੂ ਗਿਆਨ ਰਾਹੀਂ ਬੰਦਾ ਸ਼ੁਭ ਗੁਣਾਂ ਦੇ ਨਾਲ ਆਪਣੇ ਆਪ ਨੂੰ ਰੰਗ ਲੈਂਦਾ ਹੈ। ਉਹਨੂੰ ਫਿਰ ਸੰਸਾਰ ਤਿਆਗਣ ਦੀ ਲੋੜ ਨਹੀਂ, ਬਾਬਾ ਬਣਨ ਦੀ ਲੋੜ ਨਹੀਂ, ਯੋਗੀ ਬਣਨ ਦੀ ਜ਼ਰੂਰਤ ਨਹੀਂ ਹੈ, ਉਹਨੂੰ ਬਾਹਰੀ ਭੇਖ ਧਾਰਨ ਕਰਨ ਦੀ ਜ਼ਰੂਰਤ ਨਹੀਂ ਹੈ, ਉਹਨੂੰ ਸਮਾਧੀਆਂ ਲਾਉਣ ਦੀ ਲੋੜ ਨਹੀਂ ਪੈਂਦੀ, ਕੰਨ ਪੜਵਾਉਣ ਦੀ ਜ਼ਰੂਰਤ ਨਹੀਂ ਪੈਂਦੀ, ਸਿਰ ਵਿੱਚ ਰਾਖ ਪਾਉਣ ਦੀ ਲੋੜ ਨਹੀਂ ਹੈ, ਵੱਖਰੀਆਂ ਸਮਾਧੀਆਂ ਲਾਉਣ ਦੀ ਲੋੜ ਨਹੀਂ ਹੈ, ਮਾਲਾ ਫੇਰਨ ਦੀ ਲੋੜ ਨਹੀਂ ਹੈ, ਗ੍ਰਸਤ ਨੂੰ ਤਿਆਗਣ ਦੀ ਜ਼ਰੂਰਤ ਨਹੀਂ। ਸਗੋਂ ਗੁਰੂ ਗਿਆਨ ਰਾਹੀਂ ਆਪਣੀ ਸੋਚ ਨੂੰ ਉਹਨੇ ਸ਼ੁਭ ਗੁਣਾਂ ਦੇ ਨਾਲ ਰੰਗ ਲੈਣਾ ਹੈ। ਤੇ ਜਿਸ ਦੀ ਸੋਚ ਦੇ ਅੰਦਰ ਸ਼ੁਭ ਗੁਣ ਨੇ, ਸੋਚ ਨੇ ਹੀ ਸਾਡੇ ਬਾਹਰ ਪ੍ਰਗਟ ਹੋਣਾ ਹੈ, ਬੋਲਾਂ ਵਿੱਚ ਵੀ ਔਰ ਸਾਡੇ ਬਿਹੇਵੀਅਰ, ਸਾਡੇ ਵਿਹਾਰ ਦੇ ਵਿੱਚ ਵੀ। ਇਸ ਲਈ ਜ਼ਰੂਰਤ ਇਹ ਹੈ ਕਿ ਅਸੀਂ ਗੁਰੂ ਗਿਆਨ ਰਾਹੀਂ ਆਪਣੇ ਹਿਰਦੇ ਨੂੰ, ਆਪਣੀ ਸੋਚ ਨੂੰ, ਮਨ ਮਸਤਿਕ ਨੂੰ ਸ਼ੁਭ ਗੁਣਾਂ ਦੇ ਨਾਲ ਰੰਗੀਏ, ਪ੍ਰੇਮ ਦੇ ਨਾਲ ਰੰਗੀਏ। ਸਾਚ ਰਤੋ ਪਤ ਸਿਉ ਘਰ ਜਾਏ। ਸਾਚ ਦਾ ਮਤਲਬ ਸੱਚ ਵਿੱਚ, ਸੱਚ ਦੁਆਰਾ। ਰਤੋ ਦਾ ਮਤਲਬ ਰਤਿਆ ਹੋਇਆ, ਰੰਗਿਆ ਹੋਇਆ। ਪਤ ਦਾ ਮਤਲਬ ਹੈ ਇੱਜ਼ਤ। ਘਰ ਜਾਏ ਦਾ ਮਤਲਬ ਘਰ ਵਿੱਚ ਚਲਾ ਜਾਂਦਾ ਹੈ, ਟਿਕ ਜਾਂਦਾ ਹੈ। ਜੋ ਸੱਚ ਦੇ ਨਾਲ ਰੰਗਿਆ ਹੋਇਆ ਹੈ, ਜਿਨਨੇ ਆਪਣੇ ਮਨ ਮਸਤਕ ਨੂੰ ਸੱਚ ਦੇ ਨਾਲ ਰੰਗ ਲਿਆ, ਮਨ ਬਚਨ ਕਰਮ ਕਰਕੇ ਜੋ ਸੱਚ ਦਾ ਧਾਰਨੀ ਹੋ ਗਿਆ, ਉਹ ਇੱਜ਼ਤ ਦੇ ਨਾਲ ਆਪਣੇ ਘਰ ਚਲਾ ਜਾਂਦਾ ਹੈ, ਪ੍ਰਭੂ ਦੇ ਅੰਦਰ ਸਮਾ ਜਾਂਦਾ ਹੈ, ਆਪਣੇ ਅੰਦਰ ਟਿਕ ਜਾਂਦਾ ਹੈ। ਹੁਣ ਸਾਡਾ ਘਰ ਕਿਹੜਾ ਹੈ? ਯੂਨੀਵਰਸਲ ਟਰੁੱਥ ਦੇ ਅੰਦਰ ਸਮਾ ਜਾਣਾ, ਸੱਚ ਦੇ ਅੰਦਰ ਸੋਚ ਦਾ ਲੀਨ ਹੋ ਜਾਣਾ ਹੀ ਅਸਲ ਘਰ ਹੈ। ਅਸਲ ਘਰ ਸਾਡਾ ਹੈ ਸੱਚ, ਸੱਚ ਦੇ ਅੰਦਰ ਸਮਾ ਜਾਣਾ। ਤੇ ਸੱਚ ਦੇ ਅੰਦਰ ਕੌਣ ਸਮਾਉਂਦਾ ਹੈ? ਜਿਹੜਾ ਸਚਿਆਰ ਹੋ ਜਾਏ। ਤੇ ਸਚਿਆਰ ਕੌਣ ਹੁੰਦਾ ਹੈ? ਜੋ ਰੱਬੀ ਹੁਕਮ ਦੇ ਵਿੱਚ ਤੁਰਦਾ ਹੈ, ਕਿਉਂਕਿ ਰੱਬ ਆਪ ਸਚਿਆਰ ਹੈ। ਤੂੰ ਕਰਤਾ ਸਚਿਆਰ ਮਹਿੰਦਾ ਸਾਈਂ। ਤੇ ਅਸੀਂ ਵੀ ਸਚਿਆਰ ਹੋਣਾ ਹੈ। ਸਾਡੀ ਮੰਜ਼ਿਲ ਵੀ ਇਹੀ ਹੈ ਕਿ ਸਚਿਆਰਾ ਹੋਈ ਹੈ। ਸਾਡੀ ਜ਼ਿੰਦਗੀ ਦਾ ਸਵਾਲ ਵੀ ਇਹੀ ਹੈ ਕਿ ਅਸੀਂ ਸਚਿਆਰ ਕਿਵੇਂ ਹੋਣਾ ਹੈ। ਤਾਂ ਜਿਹੜਾ ਮਨ ਬਚਨ ਕਰਮ ਕਰਕੇ
ਗੁਰੂ ਗਿਆਨ ਰਾਹੀਂ ਸੱਚ ਦੇ ਅੰਦਰ ਰੰਗਿਆ ਜਾਂਦਾ ਹੈ, ਉਹ ਆਪਣੇ ਨਿਜ ਘਰ ਦੇ ਅੰਦਰ ਟਿਕ ਜਾਂਦਾ ਹੈ, ਯੂਨੀਵਰਸਲ ਟਰੁੱਥ ਦੇ ਅੰਦਰ ਸਮਾ ਜਾਂਦਾ ਹੈ, ਰੱਬ ਦੇ ਅੰਦਰ ਸਮਾ ਜਾਂਦਾ ਹੈ, ਰੱਬ ਵਰਗਾ ਹੋ ਜਾਂਦਾ ਹੈ, ਉਹਦੀ ਪੂਰੇ ਸੰਸਾਰ ਦੇ ਨਾਲ ਫਿਰ ਤਾਲਮੇਲ ਬਣਦਾ ਹੈ। ਉਹ ਆਪਣੇ ਆਪੇ ਨੂੰ ਹੀ ਦੂਜਿਆਂ ਦੇ ਵਿੱਚ ਵੀ ਵੇਖਦਾ ਹੈ। ਤਾਂ ਕਿੰਨਾ ਦੇਖੋ ਸੌਖਾ ਕੰਮ, ਕਿੰਨਾ ਆਸਾਨ ਜੀਵਨ ਗੁਰੂ ਸਾਹਿਬ ਜੀ ਇਨਸਾਨ ਨੂੰ ਦੇ ਰਹੇ ਨੇ ਕਿ ਗੁਰੂ ਗਿਆਨ ਦੇ ਧਾਰਨੀ ਹੋ ਕੇ ਸੱਚ ਦੇ ਅੰਦਰ ਆਪਣੀ ਸੋਚ ਨੂੰ ਰੰਗਣਾ ਹੈ। ਯਾਨੀ ਗਿਆਨ ਦੀ ਜੋ ਵਰਤੋਂ ਕਰਨੀ ਹੈ ਨਾ, ਉਹ ਸੱਚ ਵਾਸਤੇ ਕਰਨੀ ਹੈ, ਝੂਠ ਵਾਸਤੇ ਨਹੀਂ। ਆਮ ਬੰਦਾ ਗਿਆਨ ਦੀ ਵਰਤੋਂ ਝੂਠ ਵਾਸਤੇ ਕਰਦਾ ਹੈ, ਵੈਰ ਵਿਰੋਧ ਵਾਸਤੇ ਕਰਦਾ ਹੈ। ਗਿਆਨ ਦੀ ਵਰਤੋਂ ਗਲਤ ਹੈ, ਉਹ એનર્ਜੀ ਦੀ ਗਲਤ ਵਰਤੋਂ ਕਰ ਰਿਹਾ ਹੈ। ਆਪਣੀ ਜੀਵਨ ਸ਼ਕਤੀ ਨੂੰ, ਆਪਣੇ ਗਿਆਨ ਨੂੰ ਸੱਚ ਵਾਸਤੇ ਵਰਤਣਾ ਹੈ, ਸੱਚ ਦੇ ਅੰਦਰ ਆਪਣੇ ਆਪ ਨੂੰ ਰੰਗਣਾ ਹੈ, ਸਚਿਆਰ ਹੋ ਜਾਣਾ ਹੈ, ਸੱਚੇ ਦੇ ਅੰਦਰ ਸਮਾ ਜਾਣਾ। ਸਾਚ ਸ਼ਬਦ ਬਿਨ ਪਤ ਨਹੀਂ ਪਾਵੈ, ਇੱਥੇ ਸ਼ਬਦ ਦਾ ਮਤਲਬ ਹੈ ਗੁਰੂ ਦਾ ਉਪਦੇਸ਼ ਯਾਨੀ ਗਿਆਨ। ਜੋ ਸੱਚਾ ਸ਼ਬਦ ਹੈ, ਸੱਚਾ ਗਿਆਨ ਹੈ, ਉਹਦੇ ਤੋਂ ਬਿਨਾ ਇੱਜ਼ਤ ਨਹੀਂ ਮਿਲਦੀ। ਦੇਖੋ ਹੁਣ ਸੱਚ ਨੂੰ ਅਸੀਂ ਅਪਣਾ ਤੇ ਲਵਾਂਗੇ ਜੇ ਸੱਚ ਦੀ ਸਮਝ ਆ ਜਾਏ, ਪਰ ਸੱਚ ਦੀ ਸਮਝ ਨਾ ਆਏ, ਬੰਦਾ ਝੂਠ ਨੂੰ ਹੀ ਸੱਚ ਸਮਝ ਲਵੇ, ਤਾਂ ਫਿਰ ਪ੍ਰੋਬਲਮ ਆਏਗੀ ਨਾ। ਇਸ ਕਰਕੇ ਸੱਚ ਔਰ ਝੂਠ ਦੀ ਪਹਿਚਾਨ ਵਾਲਾ ਗਿਆਨ ਜ਼ਰੂਰ ਚਾਹੀਦਾ ਹੈ। ਗਿਆਨ ਨਾ ਹੋਣ ਕਰਕੇ ਅਸੀਂ ਕਿੰਨੇ ਸਾਰੇ ਕਰਮ ਨੇ ਜਿਨ੍ਹਾਂ ਨੂੰ ਲੋਕ ਧਰਮ ਸਮਝ ਕੇ ਅਪਣਾਈ ਬੈਠੇ ਨੇ। ਕਿੰਨੇ ਪਿਆਰ ਨਾਲ ਲੋਕ ਕਰਦੇ ਨੇ ਕਰਮ ਕਾਂਡ, ਚਾਹੇ ਉਹ ਤੀਰਥਾਂ ਤੇ ਨਹਾਣਾ ਹੈ, ਕਿੰਨੀ ਸ਼ਰਧਾ ਨਾਲ ਜਾਂਦੇ ਨੇ ਲੋਕ, ਵਰਤ ਰੱਖ ਰਹੇ ਨੇ, ਨਰਾਤੇ ਰੱਖ ਰਹੇ ਨੇ, ਸਰਾਧ ਕਰ ਰਹੇ ਨੇ, ਨੰਗੇ ਪੈਰੀ ਫਿਰ ਰਹੇ ਨੇ। ਕੁਝ ਲੋਕ ਮੜੀਆਂ ਵਿੱਚ ਬੈਠੇ ਨੇ, ਆ ਜੋਗੀ ਜਿਹੜੇ ਨੇ ਬਾਹਰ ਜੰਗਲਾਂ ਵਿੱਚ ਭਟਕ ਰਹੇ ਸਨ, ਬਾਬੇ ਬਾਬੇ ਹੋ ਗਏ ਨੇ। ਲੋਕ ਕਰੀ ਜਾ ਰਹੇ ਨੇ ਨਾ ਕਰਮ, ਲੇਕਿਨ ਇਹ ਸੱਚ ਨਹੀਂ ਹੈ। ਇਹ ਸੱਚ ਨਹੀਂ ਹੈ। ਸੱਚ ਕੁਝ ਹੋਰ ਹੈ, ਸੱਚੀ ਜ਼ਿੰਦਗੀ ਕੁਝ ਹੋਰ ਹੈ। ਹੁਣ ਸੱਚ ਦੀ ਸਮਝ ਨਾ ਹੋਵੇ ਤੇ ਅਗਿਆਨਤਾ ਵਸ ਬੰਦਾ ਉਹ ਕਰਮ ਕਰੀ ਜਾਏ, ਤਾਂ ਫਿਰ ਮਾਨ ਜਿਹੜਾ ਹੈ ਰੱਬੀ ਦਰ ਤੇ ਨਹੀਂ ਮਿਲੇਗਾ। ਸਾਚ ਸ਼ਬਦ ਬਿਨ, ਸੱਚੇ ਗਿਆਨ ਤੋਂ ਬਿਨਾ ਇੱਜ਼ਤ ਹਾਸਲ ਨਹੀਂ ਹੁੰਦੀ। ਇਸ ਲਈ ਗਿਆਨ ਦੀ ਵਰਤੋਂ ਅਸੀਂ ਸੱਚ ਵਾਸਤੇ ਕਰਨੀ ਹੈ, ਚੰਗੇ ਜੀਵਨ ਵਾਸਤੇ ਕਰਨੀ ਹੈ। ਜੇ ਅਸੀਂ ਸੱਚ ਵਾਸਤੇ ਗਿਆਨ ਦੀ ਵਰਤੋਂ ਕਰਾਂਗੇ ਤਾਂ ਦੁਨੀਆ ਵਿੱਚ ਮਾਨ ਆਦਰ ਮਿਲੇਗਾ। ਜਿਹੜੇ ਸਚਿਆਰ ਪੁਰਸ਼ ਨੇ, ਉਹ ਪ੍ਰਵਾਨ ਨੇ, ਉਹ ਪ੍ਰਧਾਨ ਨੇ, ਉਹ ਰਾਜਿਆਂ ਦੀ ਮਹਿਫਿਲ ਦਾ ਵੀ ਸ਼ਿੰਗਾਰ ਨੇ। ਉਹ ਹਰ ਥਾਂ ਤੇ ਹੀ ਪ੍ਰਵਾਨ ਨੇ। ਜਿੱਥੇ ਵੀ ਸੱਚਾ ਬੰਦਾ ਜਾਏਗਾ ਉਹਨੂੰ ਮਾਨ ਆਦਰ ਮਿਲੇਗਾ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਇਸ ਲਈ ਸੱਚੇ ਗਿਆਨ ਦੀ ਜ਼ਰੂਰਤ ਹੈ। ਤੇ ਸੱਚਾ ਗਿਆਨ ਸਾਨੂੰ ਕਿੱਥੋਂ ਮਿਲਣਾ ਹੈ? ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਤੋਂ। ਇਸ ਲਈ ਅਸੀਂ ਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਨੂੰ ਅਸੀਂ ਆਪ ਵਿਚਾਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੀਏ, ਤਾਂ ਸਾਡਾ ਜੀਵਨ ਕਿੰਨਾ ਆਸਾਨ ਹੋ ਜਾਏਗਾ, ਸਾਡਾ ਜੀਵਨ ਕਿੰਨਾ ਸੌਖਾ ਸੁਖਾਲਾ ਹੋ ਜਾਏਗਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਐ ਸਿੱਧ ਪੁਰਸ਼ੋ, ਸੱਚੇ ਗਿਆਨ ਤੋਂ ਬਿਨਾ, ਸੱਚੇ ਉਪਦੇਸ਼ ਤੋਂ ਬਿਨਾ ਬੰਦੇ ਨੂੰ ਇੱਜ਼ਤ ਨਹੀਂ ਮਿਲਦੀ, ਬੰਦੇ ਨੂੰ ਮਾਨ ਆਦਰ ਸਤਕਾਰ ਨਹੀਂ ਮਿਲਦਾ, ਬੰਦਾ ਨਿਜ ਘਰ ਦੇ ਅੰਦਰ ਨਹੀਂ ਟਿਕਦਾ। ਨਾਨਕ ਬਿਨ ਨਾਮੈ ਕਿਉਂ ਸਾਚ ਸਮਾਵੈ। ਇੱਥੇ ਹੁਣ ਨਾਮ ਦਾ ਮਤਲਬ ਹੈ ਹੁਕਮ। ਨਾਨਕ ਬਿਨ ਨਾਮੈ, ਬਿਨਾ ਹੁਕਮ ਤੋਂ ਕਿਉਂ ਸਾਚ ਸਮਾਵੇ, ਬੰਦਾ ਸੱਚ ਦੇ ਅੰਦਰ ਕਿਵੇਂ ਸਮਾ ਜਾਏਗਾ। ਹੁਕਮ ਦਾ ਮਤਲਬ ਰਜਾ ਭਾਣਾ, ਲੇਖ, ਸਿਸਟਮ, ਜੋ ਲਾ ਆਫ ਨੇਚਰ ਹੈ, ਨਿਯਮ ਨੇ ਨਾ ਕੁਝ, ਉਹਨਾਂ ਨਿਯਮਾਂ ਰਾਹੀਂ ਹੀ ਅਸੀਂ ਕਿਸੇ ਚੀਜ਼ ਦੇ ਵਿੱਚ ਸਮਾ ਸਕਦੇ ਹਾਂ। ਹਰ ਚੀਜ਼ ਦੇ ਨਿਯਮ ਨੇ। ਸੱਚੀ ਜ਼ਿੰਦਗੀ ਜੀਣ ਦੇ ਕੁਝ ਨੇਮ ਤੇ ਨੇ ਨਾ। ਸੱਚ ਬੋਲਣ ਵਾਸਤੇ ਸਾਨੂੰ ਫੋਲੋ ਤਾਂ ਕਰਨਾ ਪਵੇਗਾ ਨਾ ਸੱਚਾ ਰਾਸਤਾ। ਤਾਂ ਬਿਨਾਂ ਇਸ ਸੱਚੇ ਰਾਸਤੇ ਤੋਂ, ਬਿਨਾਂ ਰੱਬੀ ਰਜਾ ਵਿੱਚ ਤੁਰਿਆ, ਸੱਚ ਦੇ ਅੰਦਰ ਬੰਦਾ ਸਮਾ ਨਹੀਂ ਸਕਦਾ। ਸੱਚਾ ਗਿਆਨ, ਸੱਚੇ ਗਿਆਨ ਤੋਂ ਬਿਨਾਂ ਕਿਵੇਂ ਸੱਚ ਦੇ ਅੰਦਰ ਸਮਾ ਜਾਏਗਾ, ਜਦੋਂ ਸੱਚ ਦਾ ਪਤਾ ਹੀ ਨਹੀਂ ਕਿ ਸੱਚ ਹੈ ਕੀ। ਤਾਂ ਇਹੀ ਕਾਰਨ ਹੈ ਸੱਚ ਦੀ ਸਮਝ ਨਾ ਹੋਣ ਕਰਕੇ ਧਰਮ ਦੇ ਨਾਮ ਦੇ ਉੱਤੇ ਬਹੁਤ ਸਾਰੇ ਕਰਮ ਕਾਂਡ ਕੀਤੇ ਜਾਂਦੇ ਨੇ। ਸੱਚ ਦੀ ਸਮਝ ਨਾ ਹੋਣ ਕਰਕੇ ਆਮ ਜੋ ਮਨੁੱਖਤਾ ਹੈ, ਉਹਦਾ ਧਰਮ ਦੇ ਨਾਮ ਤੇ ਆਰਥਿਕ ਔਰ ਮਾਨਸਿਕ ਸ਼ੋਸ਼ਣ ਕੀਤਾ ਜਾਂਦਾ ਹੈ। ਸੱਚ ਦੀ ਸਮਝ ਨਾ ਹੋਣ ਕਰਕੇ ਹੁਣ ਆ ਭੂਤ ਪ੍ਰੇਤ ਨੇ,
ਟੂਣੇ ਤਵੀਤ ਨੇ, ਮੰਤਰ ਜੰਤਰ ਨੇ, ਕਰਾਮਾਤਾਂ ਨੇ, ਇਹਨਾਂ ਦੇ ਚੱਕਰ ਦੇ ਵਿੱਚ ਲੋਕ ਫਸੇ ਹੋਏ ਨੇ ਨਾ, ਅੱਜ ਵੀ ਫਸੇ ਹੋਏ ਨੇ। ਗਿਆਨ ਦੇ ਇਸ ਯੁੱਗ ਦੇ ਅੰਦਰ ਵੀ ਬਹੁਤ ਸਾਰੇ ਕਰਾਮਾਤਾਂ ਦੇ ਅੰਦਰ ਵਿਸ਼ਵਾਸ ਰੱਖਦੇ ਨੇ, ਲੇਕਿਨ ਗਿਆਨ ਹੋਣਾ ਚਾਹੀਦਾ ਨਾ ਸੱਚ ਦਾ। ਸੱਚ ਦੇ ਅੰਦਰ ਤਾਂ ਹੀ ਸਮਾਏਗਾ ਜੀ ਸੱਚ ਦਾ ਗਿਆਨ ਹੋਏਗਾ, ਅਸਲੀਅਤ ਦਾ ਗਿਆਨ ਹੋਏਗਾ। ਹੁਣ ਪਹਿਲਾਂ ਬੜੀਆਂ ਕਰਾਮਾਤਾਂ ਵਾਪਰਦੀਆਂ ਸਨ ਕਿ ਫਲਾਂ ਬਾਬੇ ਨੇ ਜੀ ਪਾਣੀ ਦੇ ਉੱਤੋਂ ਦੀ ਕਾਰ ਕੱਢ ਦਿੱਤੀ, ਫਲਾਂ ਬਾਬੇ ਨੇ ਪੈਟਰੋਲ ਖਤਮ ਹੋ ਗਿਆ ਸੀ ਕਾਰ ਵਿੱਚ ਤੇ ਉਹਨੇ ਸੇਵਕ ਨੂੰ ਆਖਿਆ ਪਾਣੀ ਪਾਓ, ਤੇ ਪਾਣੀ ਦੇ ਨਾਲ ਅੱਜ ਕੱਲ ਨਹੀਂ ਚੱਲਦੀਆਂ, ਅੱਜ ਕੱਲ ਕੋਈ ਕਾਰ ਪਾਣੀ ਤੋਂ ਨਹੀਂ ਲੰਘ ਰਹੀ। ਉਹਦਾ ਰੀਜ਼ਨ ਕੀ ਹੈ? ਕਿਉਂਕਿ ਅੱਜ ਕੱਲ ਥਾਂ ਥਾਂ ਤੇ ਕੈਮਰੇ ਲੱਗੇ ਨੇ ਤੇ ਕੈਮਰਿਆਂ ਦੇ ਅੰਦਰ ਬੰਦਾ ਫੜਿਆ ਜਾਂਦਾ ਹੈ। ਅੱਜ ਨਹੀਂ ਨਾ ਹੁਣ ਕਰਾਮਾਤਾਂ ਵਾਪਰ ਰਹੀਆਂ। ਤਾਂ ਸੱਚ ਦੀ ਸਮਝ ਹੋਣੀ ਚਾਹੀਦੀ ਹੈ। ਸੱਚ ਦੀ ਸਮਝ ਨਾ ਹੋਣ ਕਰਕੇ ਹੀ ਬੰਦਿਆਂ ਦਾ, ਲੋਕਾਂ ਦਾ ਆਰਥਿਕ ਮਾਨਸਿਕ ਸ਼ੋਸ਼ਣ ਹੋ ਰਿਹਾ ਹੈ। ਸੱਚ ਦੀ ਸਮਝ ਨਾ ਹੋਣ ਕਰਕੇ ਹੀ ਨਰਕ ਔਰ ਸਵਰਗ ਆਦਿਕ ਦੇ ਝੰਬੇਲੇ ਲੋਕਾਂ ਦੀ ਝੋਲੀ ਦੇ ਅੰਦਰ ਪਾ ਦਿੱਤੇ ਗਏ ਨੇ। ਚਾਹੇ ਅਸੀਂ ਦੇਖਦੇ ਹਾਂ ਪੜ੍ਹੇ ਲਿਖੇ ਲੋਕ ਵੀ ਸਵੇਰੇ ਅਖਬਾਰ ਦੇ ਅੰਦਰ ਆਪਣੀ ਰਾਸ਼ੀ ਪੜ੍ਹਦੇ ਨੇ ਪਹਿਲਾਂ, ਫਿਰ ਦੂਜੇ ਕੰਮ ਕਰਦੇ ਨੇ। ਤਾਂ ਇਹ ਸੱਚ ਦੀ ਸਮਝ ਨਹੀਂ ਹੈ ਨਾ। ਕਿੰਨੇ ਸਾਰੇ ਵਹਿਮ, ਕਿੰਨੇ ਸਾਰੇ ਭਰਮ ਬੰਦਾ ਪਾਲੀ ਜਾਂਦਾ ਹੈ। ਇਸ ਲਈ ਨਾਨਕ ਬਿਨ ਨਾਮੈ ਕਿਉ ਸਾਚ ਸਮਾਵੇ, ਰੱਬੀ ਹੁਕਮ ਨੂੰ ਸਮਝਣ ਤੋਂ ਬਿਨਾ ਕਿਵੇਂ ਕੋਈ ਸੱਚ ਦੇ ਅੰਦਰ ਸਮਾ ਜਾਏਗਾ। ਇਹ ਯੋਗੀ ਜਨੋ ਐਵੇਂ ਸਮਾਧੀਆਂ ਲਾਇਆ, ਜੰਗਲਾਂ ਵਿੱਚ ਫਿਰਿਆ, ਸੱਚ ਦੇ ਅੰਦਰ ਨਹੀਂ ਸਮਾਇਆ ਜਾਂਦਾ। ਸੱਚ ਦੇ ਅੰਦਰ ਸਮਾਉਣ ਵਾਸਤੇ ਕੋਈ ਵੱਖਰੇ ਪਹਿਨਾਵੇ ਪਹਿਨਣ ਦੀ ਲੋੜ ਨਹੀਂ, ਵੱਖਰੇ ਕਰਮ ਕਾਂਡ ਕਰਨ ਦੀ ਲੋੜ ਨਹੀਂ, ਸਿੱਧਾ ਸੱਚ ਦੇ ਨਾਲ ਜੁੜਿਆ ਜਾ ਸਕਦਾ ਹੈ। ਗੁਰੂ ਗਿਆਨ ਰਾਹੀਂ ਸੱਚ ਨੂੰ ਸਮਝ ਕੇ ਸੱਚ ਦੇ ਅੰਦਰ ਸਮਾਇਆ ਜਾ ਸਕਦਾ ਹੈ। ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ। ਹੁਣ ਇਹ ਚੀਜ਼ ਸਮਝ ਲੈਣਾ, ਕਿਉਂਕਿ ਇੱਥੇ ਅਰਥ ਕਰਨ ਲੱਗਿਆਂ ਥੋੜਾ ਜਿਹਾ ਭੁਲੇਖਾ ਕਈ ਵਾਰ ਵਿਦਵਾਨ ਵੀਰ ਖਾ ਗਏ ਤੇ ਉਹ ਥੋੜੇ ਜਿਹੇ ਭੁਲੇਖੇ ਕਰਕੇ ਫਿਰ ਅੱਗੇ ਭੁਲੇਖੇ ਜਿਹੜੇ ਨੇ ਉਹ ਵੱਡੇ ਪੈਦਾ ਹੋ ਜਾਂਦੇ ਨੇ, ਜਿਸ ਕਰਕੇ ਆਮ ਬੰਦਾ ਜਿਹੜਾ ਉਲਝ ਜਾਂਦਾ ਹੈ। ਇੱਥੇ ਇਹਦਾ ਅਰਥ ਕਰ ਦਿੱਤਾ ਗਿਆ ਹੈ ਕਿ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਦੇ ਨਾਲ ਜਿਹੜੀਆਂ ਸਿੱਧੀਆਂ ਔਰ ਰਿੱਧੀਆਂ ਜਿਹੜੀਆਂ ਨੇ ਉਹ ਪ੍ਰਾਪਤ ਹੋ ਜਾਂਦੀਆਂ ਨੇ, ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਨੇ। ਲੇਕਿਨ ਇਸ ਦਾ ਮੀਨਿੰਗ ਜਿਹੜਾ ਹੈ ਇਹ ਨਹੀਂ ਹੈ। ਇਹ ਚੀਜ਼ ਸਮਝ ਲੈਣਾ, ਇਹਨੂੰ ਥੋੜਾ ਜਿਹਾ ਵਿਸਥਾਰ ਦੇ ਨਾਲ ਸਮਝਣ ਦੀ ਜ਼ਰੂਰਤ ਹੈ। ਅਸਲੀ ਇਹਦਾ ਮੀਨਿੰਗ ਇਹ ਹੈ, ਗੁਰਮੁਖ ਅਸ਼ਟ ਸਿੱਧੀ। ਅਸ਼ਟ ਸਿੱਧੀ ਦਾ ਮਤਲਬ ਹੈ 8 ਕਰਾਮਾਤਾਂ। ਇਹ 8 ਕਰਾਮਾਤਾਂ ਕਿਹੜੀਆਂ ਨੇ? 8 ਤਾਕਤਾਂ ਨੇ। ਇਹਨਾਂ ਦੇ ਨਾਮ ਨੇ ਅਣਿਮਾ, ਮਹਿਮਾ, ਲਘਿਮਾ, ਗਰਿਮਾ, ਪ੍ਰਾਪਤੀ, ਪ੍ਰਾਕੰਮਯ, ਈਸ਼ਤਾ ਔਰ ਵਸ਼ਤਾ। ਤੇ ਇਹਨਾਂ ਦਾ ਜਿਹੜਾ ਨਾ ਅੱਗੇ ਇਹਨਾਂ ਦੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਸਮਝ ਲਓ। ਅਣਿਮਾ ਦਾ ਮਤਲਬ ਹੈ ਦੂਜੇ ਦਾ ਰੂਪ ਹੋ ਜਾਣਾ, ਕਿ ਮੈਂ ਕਿਸੇ ਤੁਹਾਡੇ ਜਿਵੇਂ ਹੁਣ ਵੀਰ ਗੁਰਚਰਨ ਸਿੰਘ ਜੀ ਢੇਸੀ ਜੀ ਬੈਠੇ ਨੇ ਤੇ ਮੈਂ ਗੁਰਚਰਨ ਸਿੰਘ ਬਣ ਜਾਵਾਂ, ਇਹਨੂੰ ਕਹਿੰਦੇ ਨੇ ਅਣਿਮਾ, ਦੂਜੇ ਦਾ ਰੂਪ ਹੋ ਜਾਣਾ। ਮਹਿਮਾ ਦਾ ਮਤਲਬ ਹੈ ਦੇਹ ਨੂੰ ਵੱਡਾ ਕਰ ਲੈਣਾ। ਲਗਮਾ ਦਾ ਮਤਲਬ ਸਰੀਰ ਨੂੰ ਛੋਟਾ ਕਰ ਲੈਣਾ। ਗਰਿਮਾ ਦਾ ਮਤਲਬ ਹੈ ਭਾਰੀ ਹੋ ਜਾਣਾ। ਪ੍ਰਾਪਤੀ ਮਨ ਇੱਛਤ ਭੋਗ ਹਾਸਲ ਕਰ ਲੈਣ ਦੀ ਸਮਰੱਥਾ। ਪ੍ਰਾਕਾਮਯ ਦਾ ਮਤਲਬ ਹੈ ਹੋਰਨਾਂ ਦੇ ਦਿਲ ਦੀ ਜਾਣ ਲੈਣ ਦੀ ਤਾਕਤ। ਤੇ ਈਸ਼ਤਾ ਦਾ ਮਤਲਬ ਹੈ ਆਪਣੀ ਇੱਛਾ ਅਨੁਸਾਰ ਸਾਰਿਆਂ ਨੂੰ ਤੋਰਨਾ। ਤੇ ਵਸ਼ਤਾ ਦਾ ਮਤਲਬ ਹੈ ਸਾਰਿਆਂ ਨੂੰ ਆਪਣੇ ਵਸ ਵਿੱਚ ਕਰ ਲੈਣਾ। ਇਹ 8 ਕਰਾਮਾਤਾਂ ਮੰਨੀਆਂ ਗਈਆਂ ਨੇ। ਗੁਰਮਤ ਇਹਨਾਂ ਨੂੰ ਨਹੀਂ ਮੰਨਦੀ, ਇਹ ਗੱਲ ਧਿਆਨ ਰੱਖਣਾ। ਗੁਰਮਤ ਨਹੀਂ ਇਹਨਾਂ ਨੂੰ ਮੰਨਦੀ, ਇਹ ਯੋਗੀਆਂ ਆਦਿਕ ਨੇ ਬਾਹਰ ਦੀ ਦੁਨੀਆ ਦੇ ਵਿੱਚ ਇਹਨਾਂ ਨੂੰ ਮੰਨਿਆ ਹੈ। ਤੇ ਜਿਹੜੀਆਂ ਚੀਜ਼ਾਂ ਮੰਨੀਆਂ ਗਈਆਂ ਨੇ ਗੁਰੂ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ। ਸਭ ਸਿੱਧੀ, ਸਾਰੀਆਂ ਸਿੱਧੀਆਂ ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਦੱਸ ਰਹੇ ਨੇ, ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ। ਅਸ਼ਟ ਸਿੱਧੀ ਸਭ ਬੁੱਧੀ। ਤਾਂ ਗੁਰੂ ਦੇ ਦੱਸੇ ਰਾਹ ਤੇ ਤੁਰਨਾ, ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਨਾ ਹੀ ਸਾਰੀਆਂ 8 ਕਰਾਮਾਤਾਂ ਔਰ ਤਾਕਤਾਂ ਤੇ ਅਕਲਾਂ ਦੀ ਪ੍ਰਾਪਤੀ ਹੈ। ਯਾਨੀ ਸਾਨੂੰ ਇਹਨਾਂ ਦੀ ਲੋੜ ਨਹੀਂ ਹੈ। ਗੁਰੂ ਦੇ ਦੱਸੇ ਰਾਹ ਤੇ ਤੁਰਨਾ ਹੀ ਕਰਾਮਾਤਾਂ ਹੈ। ਗੁਰੂ ਦੇ ਦੱਸੇ ਰਾਹ ਤੇ ਤੁਰਨਾ, ਗਿਆਨ ਹਾਸਲ ਕਰ ਲੈਣਾ ਹੀ ਸਾਰੀ ਕਿਸਮ ਦੀ ਅਕਲ ਹੈ। ਇਹਨਾਂ ਦੀ ਸਾਰ ਹੈ, ਇਹਨਾਂ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ ਕਿ ਇਹ ਕੁਝ ਵੀ ਨਹੀਂ ਹਨ। ਦੁਬਾਰਾ ਫਿਰ ਸਮਝ ਲੈਣਾ ਕਿ ਗੁਰੂ ਦੇ ਦੱਸੇ ਰਾਹ ਦੇ ਉੱਤੇ ਤੁਰਨਾ ਹੀ
ਇਹ ਕਰਾਮਾਤਾਂ ਔਰ ਤਾਕਤਾਂ ਨੇ, ਹੋਰ ਕਰਾਮਾਤਾਂ ਤਾਕਤਾਂ ਹੈ ਨਹੀਂ। ਅਰਥ ਇਹਦਾ ਇਹ ਕੀਤਾ ਜਾਂਦਾ ਹੈ ਕਿ ਗੁਰਮਤ ਅਨੁਸਾਰ, ਗੁਰੂ ਦਾ ਅਨੁਸਾਰੀ ਹੋਣ ਦੇ ਨਾਲ ਰਿੱਧੀਆਂ ਸਿੱਧੀਆਂ ਮਿਲ ਜਾਂਦੀਆਂ ਨੇ। ਹੁਣ ਜੇ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਫਿਰ ਰਿੱਧੀਆਂ ਸਿੱਧੀਆਂ ਪਾਣੀਆਂ ਨੇ, ਤਾਂ ਗੁਰੂ ਦੇ ਦੱਸੇ ਰਾਹ ਤੇ ਤੁਰਨ ਦੀ ਲੋੜ ਕੀ ਸੀ? ਉਹ ਤੇ ਲੋਕੀ ਪਾ ਹੀ ਰਹੇ ਸਨ ਪਹਿਲਾਂ ਹੀ। ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਨਾ, ਅਸੀਂ ਜਪਜੀ ਸਾਹਿਬ ਵਿੱਚ ਵਿਚਾਰ ਰਹੇ ਹਾਂ ਕਿ ਰਿੱਧ ਸਿੱਧ ਅਵਰਾਂ ਸਾਧ, ਕਿ ਰਿੱਧੀਆਂ ਸਿੱਧੀਆਂ ਨੇ, ਇਹਨਾਂ ਦਾ ਸਵਾਦ ਨਾਮ ਵਾਲਾ ਨਹੀਂ, ਇਹ ਹੋਰ ਪਾਸੇ ਲੈ ਜਾਣ ਵਾਲੀਆਂ ਨੇ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੇ ਮਨਾਏ। ਇਹ ਰਿੱਧੀਆਂ ਸਿੱਧੀਆਂ ਮੋਹ ਦਾ ਕਾਰਨ ਨੇ, ਇਹ ਫਜ਼ੂਲ ਦਾ ਵਿਖਾਵਾ ਨੇ। ਤਾਂ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਹੀ ਅਸ਼ਟ ਸਿੱਧੀਆਂ ਨੇ, 8 ਸਿੱਧੀਆਂ। ਔਰ ਸਭ ਬੁੱਧੀ ਦਾ ਮਤਲਬ ਕਿ ਸਾਰੀ ਅਕਲ ਹੈ, ਗਿਆਨ ਹੈ। ਗੁਰੂ ਦੇ ਦੱਸੇ ਰਾਹ ਤੇ ਤੁਰਿਆ ਸਾਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ, ਔਰ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣਾ ਹੀ ਅਸ਼ਟ ਸਿੱਧੀਆਂ ਨੇ। ਸਾਨੂੰ ਅਸ਼ਟ ਸਿੱਧੀਆਂ ਦੀ ਜ਼ਰੂਰਤ ਨਹੀਂ ਹੈ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਣਾ ਹੀ ਇਹ ਸਾਰੀਆਂ ਅਸ਼ਟ ਸਿੱਧੀਆਂ ਨੇ। ਤਾਂ ਕਿਉਂਕਿ ਯੋਗੀ ਜਨ ਲੱਗੇ ਨੇ ਇਹਨਾਂ ਸਿੱਧੀਆਂ ਰਿੱਧੀਆਂ ਦੇ ਵਿੱਚ, ਤੇ ਗੁਰੂ ਸਾਹਿਬ ਜੀ ਸਮਝਾ ਰਹੇ ਨੇ ਕਿ ਪਿਆਰਿਓ, ਇਹਨਾਂ ਰਿੱਧੀਆਂ ਸਿੱਧੀਆਂ ਦੀ ਲੋੜ ਨਹੀਂ ਹੈ ਹੀ ਨਹੀਂ। ਜਦੋਂ ਐਸਾ ਕੁਝ ਕਰਾਮਾਤ ਹੋ ਹੀ ਨਹੀਂ ਸਕਦਾ, ਕੁਦਰਤ ਦੇ ਨਿਯਮ ਤੋਂ ਉਲਟ ਕੁਝ ਹੋ ਸਕਦਾ ਹੈ। ਅੱਜ ਦਾ ਇਨਸਾਨ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ, ਬਿਲਕੁਲ ਵੀ ਐਸਾ ਹੋ ਨਹੀਂ ਸਕਦਾ। ਤਾਂ ਕੁਦਰਤ ਦੇ ਨੇਮ ਨੂੰ ਤੋੜਿਆ ਨਹੀਂ ਜਾ ਸਕਦਾ, ਕੁਦਰਤ ਦੇ ਨੇਮ ਤੋਂ ਬਾਹਰ ਕੁਝ ਹੋ ਨਹੀਂ ਸਕਦਾ। ਰੱਬੀ ਰਜ਼ਾ ਭਾਣੇ ਮੁਤਾਬਕ, ਸਿਸਟਮ ਮੁਤਾਬਕ ਹੋ ਸਕਦਾ ਹੈ। ਤਾਂ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣਾ ਹੀ ਅਸ਼ਟ ਸਿੱਧੀਆਂ ਨੇ, ਯਾਨੀ ਗੁਰੂ ਦਾ ਗਿਆਨ ਜਿਹੜਾ ਹੈ ਉਹ ਸਭ ਤੋਂ ਮਹਾਨ ਹੈ। ਉਹਦੇ ਰਾਹੀਂ ਹੀ ਸਾਨੂੰ ਸਹੀ ਅਕਲ ਦੀ ਪ੍ਰਾਪਤੀ ਹੁੰਦੀ ਹੈ। ਅਗਲਾ ਬਚਨ ਗੁਰੂ ਜੀ ਕਰਦੇ ਨੇ, ਗਿਆਨੀ ਜੀ ਅਗਲਾ ਬਚਨ ਕਰਦੇ ਨੇ, ਗੁਰਮੁਖ ਭਵਜਲ ਤਰੀਐ ਸੱਚ ਸੁਧੀ। ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ, ਭਵਜਲ ਤਰੀਏ ਦਾ ਮਤਲਬ ਸੰਸਾਰ ਸਾਗਰ ਨੂੰ ਤਰ ਜਾਈਦਾ, ਤੇ ਸੱਚ ਸੁਧੀ ਦਾ ਮਤਲਬ ਹੈ, ਸੁਧੀ ਦਾ ਮਤਲਬ ਹੈ ਸ੍ਰੇਸ਼ਟ ਮਤ। ਸੱਚ ਦੀ ਮਤ ਪ੍ਰਾਪਤ ਆ ਜਾਂਦੀ ਹੈ, ਸੋਹਣੀ ਮਤ ਮਿਲ ਜਾਂਦੀ ਹੈ। ਗੁਰਮੁਖ ਭਵਜਲ ਤਰੀਐ ਸੱਚ ਸੁਧੀ, ਯਾਨੀ ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ ਭਵਜਲ ਨੂੰ ਤਰ ਜਾਈਦਾ। ਤੇ ਭਵਜਲ ਕੀ ਹੈ, ਇਹ ਅਸੀਂ ਰੋਜ਼ ਹੁਣ ਵਿਚਾਰ ਚੁੱਕੇ ਹਾਂ। ਭਵਜਲ ਦਾ ਮਤਲਬ ਇਹ ਨਹੀਂ ਕਿ ਮਰਨ ਤੋਂ ਬਾਅਦ ਕੋਈ ਨਦੀ ਤਰਨੀ ਹੈ, ਮਰਨ ਤੋਂ ਬਾਅਦ ਕੋਈ ਸਵਰਗ ਨਰਕ ਪਾਣਾ ਹੈ ਜਾਂ ਨਰਕਾਂ ਤੋਂ ਬਚਣਾ ਹੈ। ਭਵਜਲ ਸਾਡੇ ਅੰਦਰ ਹੀ ਭਰਿਆ ਪਿਆ ਹੈ। ਅਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਚੁਗਲੀ, ਨਿੰਦਾ, ਫਰੇਬ, ਝੂਠ, ਜਿੰਨੇ ਵੀ ਨੇ ਇਹ ਵਿਕਾਰ ਔਰ ਪਾਪ ਨੇ, ਇਹੀ ਭਵਜਲ ਹੈ। ਔਰ ਇਹਨਾਂ ਵਿਕਾਰਾਂ ਪਾਪਾਂ ਤੋਂ ਤਰਨਾ ਹੀ ਸੰਸਾਰ ਸਾਗਰ ਨੂੰ ਤਰਨਾ ਹੈ। ਇਹਨਾਂ ਤੋਂ ਸੁਰਤ ਨੂੰ ਨਿਰਲੇਪ ਰੱਖਣਾ ਹੀ ਤਰਨਾ ਹੈ। ਸੱਚ ਸੁਧੀ ਦਾ ਮਤਲਬ ਸ੍ਰੇਸ਼ਟ ਮਤ, ਸ੍ਰੇਸ਼ਟ ਮਤ ਪ੍ਰਾਪਤ ਹੋ ਜਾਂਦੀ ਹੈ, ਬੰਦੇ ਨੂੰ ਗਿਆਨ ਮਿਲ ਜਾਂਦਾ ਹੈ। ਐਸਾ ਗਿਆਨ ਜੋ ਸਹੀ ਵਰਤੋਂ ਕਰਦਾ ਹੈ ਗਿਆਨ ਦੀ ਬੰਦਾ, ਔਰ ਸੱਚ ਨੂੰ ਪਾ ਲੈਂਦਾ ਹੈ, ਤੇ ਇਹ ਸੰਸਾਰ ਸਾਗਰ ਨੂੰ ਬੰਦਾ ਤਰ ਜਾਂਦਾ ਹੈ। ਕਿਵੇਂ? ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ। ਗੁਰੂ ਦੱਸੇ ਰਾਹਾਂ ਤੇ ਤੁਰਨ ਵਾਲੇ ਇਨਸਾਨ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਚੱਕਰਾਂ ਵਿੱਚ ਨਹੀਂ ਪੈਂਦੇ, ਇਹਨਾਂ ਪੁੱਠੇ ਕੰਮਾਂ ਵਿੱਚ, ਸਗੋਂ ਉਹ ਵਿਕਾਰਾਂ ਤੋਂ ਪਾਰ ਉਤਰਦੇ ਨੇ, ਔਰ ਉਹਨਾਂ ਨੂੰ ਸ੍ਰੇਸ਼ਟ ਮਤ ਪ੍ਰਾਪਤ ਹੋ ਜਾਂਦੀ ਹੈ। ਜ਼ਰੂਰਤ ਤਾਂ ਅਕਲ ਦੀ ਹੈ। ਅਕਲੀ ਸਾਹਿਬ ਸੇਵੀਏ, ਅਕਲੀ ਕੀਚੈ ਦਾਨ, ਅਕਲੀ ਪੜ ਕੇ ਬੁਝੀਏ, ਅਕਲੀ ਪਾਈਏ ਮਾਨ, ਨਾਨਕ ਆਖੇ ਰਾਹ ਇਹ ਹੋਰ ਗੱਲਾਂ ਸ਼ੈਤਾਨ। ਜਦੋਂ ਬੰਦਾ ਅਕਲ ਦੀ ਸਹੀ ਵਰਤੋਂ ਨਹੀਂ ਨਾ ਕਰਦਾ, ਤਾਂ ਅਕਲ ਦੀ ਜਾਂ ਗਿਆਨ ਦੀ ਗਲਤ ਵਰਤੋਂ ਕਰਨ ਦੇ ਨਾਲ ਬੰਦਾ ਇਨਸਾਨੀਅਤ ਦੀ ਜਗ੍ਹਾ ਤੇ ਹੈਵਾਨੀਅਤ ਦਾ ਅੱਡਾ ਬਣ ਜਾਂਦਾ ਹੈ। ਸ਼ੈਤਾਨੀਅਤ ਉਹਦੇ ਅੰਦਰ ਪੈਦਾ ਹੋ ਜਾਂਦੀ ਹੈ, ਉਹਦੇ ਅੰਦਰ ਪਸ਼ੂ ਬਿਰਤੀਆਂ ਆ ਜਾਂਦੀਆਂ ਨੇ। ਇਸ ਲਈ ਜ਼ਰੂਰਤ ਤਾਂ ਅਕਲ ਦੀ, ਗਿਆਨ ਦੀ ਸਹੀ ਵਰਤੋਂ ਕਰਨ ਦੀ ਹੈ। ਤਾਂ ਇਹ ਸਿੱਧ ਜਨੋਂ, ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ ਬੰਦਾ ਸੰਸਾਰ ਸਾਗਰ ਨੂੰ ਤਰ ਜਾਂਦਾ ਹੈ, ਔਰ ਉਹਨੂੰ ਸ੍ਰੇਸ਼ਟ ਮਤ ਪ੍ਰਾਪਤ ਹੋ ਜਾਂਦੀ ਹੈ। ਉਹਦੇ ਅੰਦਰ ਜਿਹੜੀ ਹੈ ਸੱਚਾਈ ਆ ਜਾਂਦੀ ਹੈ, ਔਰ ਉਹਦੀ ਸੋਚ ਪਵਿੱਤਰ ਹੋ ਜਾਂਦੀ ਹੈ। ਗੁਰਮੁਖ ਸਰ ਅਪਸਰ ਵਿਦ ਜਾਣੈ। ਸਰ ਦਾ ਮਤਲਬ ਚੰਗਾ, ਤੇ ਅਪਸਰ ਦਾ ਮਤਲਬ ਹੈ ਮੰਦਾ। ਸਰ ਅਪਸਰ ਦਾ ਮਤਲਬ ਹੈ ਚੰਗਾ ਔਰ ਮੰਦਾ। ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਜੋ ਗੁਰੂ ਤੋਂ ਗਿਆਨ ਦੀ ਦਾਤ ਲੈਂਦਾ ਹੈ,
ਉਹਨੂੰ ਚੰਗੇ ਮੰਦੇ ਦੀ ਪਛਾਣ ਆ ਜਾਂਦੀ ਹੈ। ਉਹ ਹਾਲਾਤ ਸਮਝ ਲੈਂਦਾ ਕਿਹੜੀ ਚੀਜ਼ ਚੰਗੀ ਹੈ ਕਿਹੜੀ ਮੰਦੀ ਹੈ, ਕੀ ਠੀਕ ਹੈ ਕੀ ਗਲਤ ਹੈ, ਕੀ ਹਾਨੀ ਕੀ ਲਾਭ, ਕੀ ਧਰਮ ਕੀ ਅਧਰਮ, ਕੀ ਜਨਮ ਕੀ ਮੌਤ, ਕੌਣ ਆਪਣਾ ਕੌਣ ਪਰਾਇਆ। ਉਹਨੂੰ ਸਮਝ ਆ ਜਾਂਦੀ ਚੰਗੇ ਮੰਦੇ ਦੀ, ਸੱਚ ਝੂਠ ਦੀ। ਫਿਰ ਉਹ ਮੰਦੇ ਨੂੰ ਝੂਠ ਨੂੰ ਤਿਆਗ ਦਿੰਦਾ ਹੈ, ਚੰਗੇ ਨੂੰ ਸੱਚ ਨੂੰ ਅਪਣਾ ਲੈਂਦਾ ਹੈ। ਜ਼ਰੂਰਤ ਤਾਂ ਇਸ ਗਿਆਨ ਦੀ ਹੈ ਕਿ ਸਾਨੂੰ ਸਮਝ ਆ ਜਾਏ ਕਿ ਠੀਕ ਕੀ ਹੈ ਔਰ ਗਲਤ ਕੀ ਹੈ, ਸੱਚ ਕੀ ਹੈ ਔਰ ਝੂਠ ਕੀ ਹੈ। ਅੱਜ ਦੀ ਪ੍ਰੋਬਲਮ ਕੀ ਹੈ ਬੰਦੇ ਦੀ? ਦੇਖੋ ਕਿੰਨੇ ਸਾਰੇ ਧਰਮ ਪ੍ਰਚਾਰਕ ਇਸ ਫੀਲਡ ਵਿੱਚ ਨੇ, ਹਿੰਦੂ ਮੁਸਲਮਾਨ ਸਿੱਖ ਈਸਾਈ ਜਿੰਨੇ ਵੀ ਪ੍ਰਚਾਰਕ ਵੀਰ ਨੇ, ਟੀਵੀ ਤੇ ਫੇਸਬੁੱਕ ਤੇ YouTube ਤੇ ਜਾਂ ਵੈਸੇ ਪ੍ਰਚਾਰ ਕਰ ਰਹੇ ਨੇ। ਔਰ ਪ੍ਰੋਬਲਮ ਇਹ ਹੈ ਕਿ ਕੋਈ ਕੁਝ ਕਹਿ ਰਿਹਾ ਹੈ ਕੋਈ ਕੁਝ ਕਹਿ ਰਿਹਾ ਹੈ, ਵਿਚਾਰ ਨਹੀਂ ਨਾ ਮਿਲ ਰਹੇ ਕਿਸੇ ਦੇ। ਤੇ ਆਮ ਜੋ ਜਨਤਾ ਹੈ ਉਹ ਕਨਫਿਊਜ਼ ਹੈ। ਹੁਣ ਦੇਖੋ ਕਲਾਸ ਲਗਾ ਰਿਹਾ, ਮੈਂ ਕੁਝ ਕਹਿ ਰਿਹਾ, ਜੇ ਮੇਰੇ ਤੋਂ ਬਾਅਦ ਕੋਈ ਕਲਾਸ ਲਗਾਉਣ ਵਾਲਾ ਹੋਰ ਵੀਰ ਆਏਗਾ ਤਾਂ ਉਹ ਕੁਝ ਹੋਰ ਕਹੇਗਾ, ਮੇਰੇ ਤੋਂ ਪਹਿਲੇ ਵਾਲੇ ਨੇ ਕੁਝ ਹੋਰ ਕਿਹਾ, ਤਾਂ ਜੋ ਸਟੂਡੈਂਟ ਨੇ ਕਲਾਸ ਦੇ ਅੰਦਰ, ਸਿੱਖਣ ਵਾਲੇ ਸਿੱਖਿਆਰਥੀ ਨੇ, ਸੁਣਨ ਵਾਲੇ ਨੇ, ਉਹ ਕਨਫਿਊਜ਼ ਹੋਣਗੇ ਨਾ, ਕਿਉਂਕਿ ਤਿੰਨੇ ਹੀ ਜਾਂ ਚਾਰੇ ਹੀ ਪ੍ਰਚਾਰਕ ਵੱਖਰੀ ਵੱਖਰੀ ਗੱਲ ਕਰ ਰਹੇ ਨੇ। ਔਰ ਗੱਲ ਤਿੰਨ ਚਾਰਾਂ ਤੇ ਨਹੀਂ ਮੁੱਕਦੀ, ਹਜ਼ਾਰਾਂ ਦੀ ਗਿਣਤੀ ਵਿੱਚ ਨੇ, ਲੱਖਾਂ ਦੀ ਗਿਣਤੀ ਵਿੱਚ ਨੇ। ਔਰ ਲੱਖਾਂ ਦੀ ਗਿਣਤੀ ਵਿੱਚ ਉਹਨਾਂ ਦੇ ਵਿਚਾਰਕ ਮਤਭੇਦ ਨੇ। ਤੇ ਜਿੱਥੇ ਇੰਨੇ ਵਿਚਾਰਕ ਮਤਭੇਦ ਹੋਣ, ਉੱਥੇ ਜੋ ਆਮ ਇਨਸਾਨ ਹੈ ਉਹਦਾ ਕਨਫਿਊਜ਼ ਹੋ ਜਾਣਾ ਸੁਭਾਵਿਕ ਗੱਲ ਹੈ। ਜੇ ਤਾਂ ਰਾਸਤਾ ਬਿਲਕੁਲ ਸਿੱਧਾ ਜਾ ਰਿਹਾ ਫਿਰ ਤਾਂ ਕੋਈ ਕਨਫਿਊਜ਼ਨ ਨਹੀਂ, ਤੁਸੀਂ ਤੁਰੇ ਜਾ ਰਹੇ ਹੋ ਆਪਣੇ ਰਾਸਤੇ ਤੇ। ਕਨਫਿਊਜ਼ਨ ਉੱਥੇ ਪੈਦਾ ਹੋਣੀ ਹੈ ਜਿੱਥੋਂ ਰਾਸਤੇ ਡਿਵਾਈਡ ਹੋ ਗਏ, ਦੋ ਹੋ ਗਏ, ਇੱਕ ਸੱਜੇ ਪਾਸੇ ਖੱਬੇ ਪਾਸੇ। ਹੁਣ ਕਨਫਿਊਜ਼ਨ ਪੈਦਾ ਹੋਏਗੀ ਕਿ ਯਾਰ ਮੇਰੀ ਮੰਜ਼ਿਲ ਸੱਜੇ ਹੈ ਕਿ ਖੱਬੇ ਹੈ। ਤੇ ਜੇ ਬੰਦਾ ਖੱਬੇ ਪਰਤੇ ਤੇ ਅੱਗੋਂ ਰਾਸਤੇ ਦੋ ਫਿਰ ਹੋ ਜਾਣ, ਅੱਗੋਂ 4 ਹੋ ਜਾਣ, 6 ਹੋ ਜਾਣ, 8 ਹੋ ਜਾਣ, ਤੇ ਫਿਰ ਬੰਦਾ ਕਨਫਿਊਜ਼ ਹੋ ਜਾਏਗਾ ਜਾਵਾਂ ਕਿੱਧਰ। ਤੇ ਜੇ ਤੇ ਰਾਸਤਾ ਸਿੱਧਾ ਹੈ ਫਿਰ ਤਾਂ ਕੋਈ ਪ੍ਰੋਬਲਮ ਹੈ ਨਹੀਂ। ਕਨਫਿਊਜ਼ਨ ਤੇ ਉਦੋਂ ਜਦੋਂ ਬਹੁਤ ਸਾਰੇ ਰਾਸਤੇ ਨੇ। ਮਨਮੁਖ ਭੂਲੀ ਬਹੁਤੀ ਰਾਹੀਂ, ਆਪ ਖੁਦਰਾ ਜੋ ਮਨੁੱਖ ਹੈ ਬਹੁਤੇ ਰਾਹਾਂ ਕਰਕੇ ਭੁੱਲ ਗਿਆ ਹੈ, ਉਹ ਕਿਤੇ ਵੀ ਨਹੀਂ ਪਹੁੰਚ ਪਾਉਂਦਾ। ਇਸ ਲਈ ਗੁਰੂ ਜੀ ਨੇ ਸਾਨੂੰ ਚੰਗੇ ਔਰ ਮੰਦੇ ਦੀ ਪਛਾਣ ਦਿੱਤੀ ਹੈ। ਗੁਰਬਾਣੀ ਪੜਨ ਦਾ ਲਾਭ ਇਹ ਹੈ ਕਿ ਸਾਨੂੰ ਚੰਗੇ ਮੰਦੇ ਦੀ ਪਛਾਣ ਆਪ ਆ ਜਾਂਦੀ ਹੈ। ਜਿਵੇਂ ਆਪਾਂ ਕਲਾਸ ਵਿੱਚ ਵਰਤੋਂ ਕਰਦੇ ਆ ਨਾ ਕਿ ਸਾਨੂੰ ਦਿਮਾਗ ਆਪਣਾ ਵਰਤਣਾ ਆਪ ਆ ਜਾਂਦਾ ਹੈ। ਬੰਦਾ ਦਿਮਾਗ ਦੀ ਫਿਰ ਸਹੀ ਵਰਤੋਂ ਕਰਦਾ ਹੈ, ਗਿਆਨ ਦੀ ਸਹੀ ਵਰਤੋਂ ਕਰਦਾ ਹੈ। ਤਾਂ ਗੁਰੂ ਜੀ ਸਾਨੂੰ ਵਿਵੇਕ ਬੁੱਧ ਦਿੰਦੇ ਨੇ। ਵਿਵੇਕ ਬੁੱਧ ਦਾ ਮਤਲਬ ਜੋ ਸੱਚ ਔਰ ਝੂਠ ਦਾ ਨਿਰਣਾ ਕਰ ਸਕੇ, ਸਹੀ ਔਰ ਗਲਤ ਦਾ ਨਿਰਣਾ ਕਰ ਸਕੇ, ਗੁਰੂ ਜੀ ਨੇ ਉਹ ਮੱਤ ਦਿੱਤੀ ਹੈ। ਗੁਰੂ ਜੀ ਨੇ ਉਹ ਮੱਤ ਦਿੱਤੀ ਹੈ। ਤੇ ਸਿੱਧਾਂ ਨੂੰ ਕਹਿ ਰਹੇ ਨੇ ਕਿ ਸਿੱਧੂ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਬੰਦਾ ਚੰਗੇ ਮੰਦੇ ਦੀ ਪਛਾਣ ਰੱਖਦਾ ਹੈ, ਸੱਚ ਝੂਠ ਦੀ ਉਹਨੂੰ ਪਛਾਣ ਹੈ। ਉਹਨੂੰ ਸਮਝ ਆ ਜਾਂਦੀ ਹੈ ਕਿ ਆ ਜਿਹੜੇ ਵੀ ਤੁਸੀਂ ਕਰਮ ਕਾਂਡ ਕਰ ਰਹੇ ਹੋ ਬੇਕਾਰ ਨੇ, ਵਿਅਰਥ ਨੇ, ਇਹਨਾਂ ਕਰਮ ਕਾਂਡਾਂ ਦੀ ਲੋੜ ਨਹੀਂ ਹੈ। ਇਹਨਾਂ ਕਰਮ ਕਾਂਡਾਂ ਨਾਲ ਇਨਸਾਨੀਅਤ ਨਹੀਂ ਪੈਦਾ ਹੁੰਦੀ, ਇਹਨਾਂ ਕਰਮ ਕਾਂਡਾਂ ਨਾਲ ਸੰਸਾਰ ਦਾ, ਸਮਾਜ ਦਾ ਭਲਾ ਨਹੀਂ ਹੁੰਦਾ। ਐਸੀ ਜ਼ਿੰਦਗੀ ਸਾਰੇ ਲੋਕ ਨਹੀਂ ਜੀ ਸਕਦੇ ਔਰ ਐਸੀ ਜ਼ਿੰਦਗੀ ਦੇ ਨਾਲ ਦੁਨੀਆ ਚੱਲ ਵੀ ਨਹੀਂ ਸਕਦੀ। ਇਸ ਲਈ ਸਾਨੂੰ ਹੁਣ ਇੱਥੇ ਕੀ ਕਰਨ ਦੀ ਲੋੜ ਹੈ, ਜੋ ਮੈਂ ਬਾਰ-ਬਾਰ ਬੇਨਤੀ ਕਰ ਰਿਹਾ, ਸਾਨੂੰ ਜ਼ਰੂਰਤ ਹੈ ਕਿ ਚੰਗੇ ਮੰਦੇ ਦੀ ਪਛਾਣ ਅਸਾਂ ਖੁਦ ਕਰਨੀ ਹੈ। ਕਿਉਂਕਿ ਗੁਰੂ ਨੇ ਹਰ ਸਿੱਖ ਨੂੰ ਇਹ ਦਾਤ ਦਿੱਤੀ ਹੈ। ਸਿੱਖ ਹੈ ਹੀ ਉਹ ਜਿਨਨੇ ਗੁਰੂ ਦੇ ਤੋਂ ਗਿਆਨ ਦੀ ਦਾਤ ਲਈ ਹੈ, ਵਿਵੇਕ ਬੁੱਧ ਦਾ ਜੋ ਧਾਰਨੀ ਹੈ। ਔਰ ਜਿਹਨੂੰ ਸੱਚ ਦੀ ਪਛਾਣ ਆ ਜਾਏ ਉਹ ਫਿਰ ਬੜੇ ਬੇਬਾਕੀ ਦੇ ਨਾਲ ਸੱਚ ਨੂੰ ਕਹੇਗਾ ਵੀ ਔਰ ਉਹਨੂੰ ਅਪਣਾਏਗਾ ਵੀ। ਜ਼ਰੂਰਤ ਹੈ ਸੱਚ ਨੂੰ ਪਛਾਣਨ ਦੀ। ਆਪ ਇਸ ਚੀਜ਼ ਨੂੰ ਪਛਾਣਨਾ ਹੈ ਕਿ ਕੌਣ ਠੀਕ ਹੈ ਕੌਣ ਗਲਤ ਹੈ। ਜਦੋਂ ਸਾਡੇ ਅੰਦਰ ਇਹ ਜ਼ਰੂਰਤ ਪੈਦਾ ਹੋ ਜਾਏਗੀ ਨਾ, ਸੱਚ ਝੂਠ ਨੂੰ ਪਛਾਣਨ ਦੀ ਸਮਝ ਆ ਜਾਏ ਕਿ ਸੱਚ ਇਹ ਝੂਠ ਹੈ, ਇਹ ਸੱਚ ਹੈ, ਫਿਰ ਅਸੀਂ ਪਰਸਨੈਲਿਟੀ ਦੀ ਚਿੰਤਾ ਨਹੀਂ ਕਰਾਂਗੇ ਕਿ ਕਿਹੜੀ ਪਰਸਨੈਲਿਟੀ ਕੀ ਕਹਿ ਰਹੀ ਹੈ, ਕਿ ਉਹਦਾ ਰੁਤਬਾ ਕਿੱਡਾ ਵੱਡਾ ਹੈ। ਤੇ ਜੇ ਵੱਡੇ ਰੁਤਬੇ ਵਾਲਾ ਬੰਦਾ ਝੂਠ ਬੋਲ ਰਿਹਾ ਹੈ ਤਾਂ ਫਿਰ ਜਦੋਂ ਸਾਨੂੰ ਸੱਚ ਦਾ ਪਤਾ ਲੱਗ ਗਿਆ ਤੇ ਅਸੀਂ ਕਹਿ ਦਿਆਂਗੇ ਵੀ ਵੀਰ ਇਹ ਚੀਜ਼ ਗਲਤ ਹੈ।
ਇਹਦਾ ਮਤਲਬ ਇਹ ਨਹੀਂ ਵੀ ਗਲਤ ਵਾਲੇ ਦਾ ਅਸੀਂ ਨਿਰਾਦਰ ਕਰਾਂਗੇ ਨਾ, ਬੜੇ ਸਤਿਕਾਰ ਨਾਲ, ਬੜੇ ਪਿਆਰ ਨਾਲ ਅਸੀਂ ਇਨਕਾਰ ਕਰ ਦਿਆਂਗੇ ਕਿ ਨਹੀਂ ਇਹ ਗਲਤ ਹੈ, ਮੈਂ ਇਸ ਚੀਜ਼ ਨੂੰ ਨਹੀਂ ਅਪਣਾਵਾਂਗਾ, ਕਿਉਂਕਿ ਮੈਂ ਸੱਚ ਨੂੰ ਅਪਣਾਣਾ ਹੈ। ਜਿੱਡੀ ਮਰਜ਼ੀ ਵੱਡੀ ਪਰਸਨੈਲਿਟੀ ਹੋਵੇ, ਜੇ ਉਹ ਗਲਤ ਕਹਿੰਦਾ ਤਾਂ ਉਸ ਗਲਤ ਨੂੰ ਨਕਾਰ ਦੇਣਾ ਚਾਹੀਦਾ। ਹੁਣ ਜੇ ਕੋਈ ਵੱਡੀ ਪਦਵੀ ਤੇ ਬੈਠਾ ਬੰਦਾ ਕਵੇ ਵੀ ਤੁਸੀਂ ਸ਼ਰਾਬ ਪੀ ਲਓ, ਤਾਂ ਸ਼ਰਾਬ ਥੋੜੀ ਪੀਵਾਂਗੇ, ਨਕਾਰਨਾ ਪਵੇਗਾ ਨਾ। ਬੇਸ਼ੱਕ ਅਸੀਂ ਉਹਦੀ ਬੇਇੱਜ਼ਤੀ ਨਾ ਕਰੀਏ, ਅਸੀਂ ਪ੍ਰੇਮ ਨਾਲ ਕਵਾਂਗੇ ਨਾ ਵੀ ਸੱਜਣਾ ਸ਼ਰਾਬ ਨਾ 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 ਨਾ, ਸਵਾਲ ਹੀ ਨਹੀਂ ਪੈਦਾ ਹੁੰਦਾ, ਮੈਂ ਤੇ ਨਾਮ ਲੈ ਕੇ ਵੀ ਰਾਜੀ ਨਹੀਂ। ਇਸੇ ਤਰ੍ਹਾਂ ਧਰਮ ਦੀ ਦੁਨੀਆ ਵਿੱਚ ਵੀ ਜਦੋਂ ਕੋਈ ਸਾਨੂੰ ਗਲਤ ਕਹੇਗਾ ਤੇ ਸਾਨੂੰ ਸਮਝ ਹੋਵੇ ਕਿ ਸੱਚ ਇਹ ਹੈ, ਤਾਂ ਅਸੀਂ ਬੜੇ ਸਤਿਕਾਰ ਨਾਲ ਨਾ ਕਰ ਦਿਆਂਗੇ, ਨਾ ਜੀ ਨਾ, ਸੱਚ ਹੈ, ਗੁਰਬਾਣੀ ਰਾਹੀਂ ਸਮਝ ਆ ਗਈ ਹੈ, ਸਾਨੂੰ ਇਸ ਚੀਜ਼ ਦੀ ਜ਼ਰੂਰਤ ਨਹੀਂ ਹੈ। ਤਾਂ ਗੁਰਮੁਖ ਨੂੰ ਅਕਲ ਮਿਲ ਜਾਂਦੀ ਹੈ, ਸੱਚ ਔਰ ਝੂਠ ਦੀ ਉਹ ਪਛਾਣ ਜਾਣਨ ਵਾਲਾ ਬਣ ਜਾਂਦਾ ਹੈ। ਗੁਰਮੁਖ ਸਰਬ ਅਪਸਰ ਵਿਦ ਜਾਣੇ, ਜਦੋਂ ਇਹ ਚੀਜ਼ ਸਮਝ ਆ ਗਈ ਨਾ, ਫਿਰ ਸਾਨੂੰ ਇਸ ਚੀਜ਼ ਦੀ ਚਿੰਤਾ ਨਹੀਂ ਹੋਵੇਗੀ ਕਿ ਵੱਡੇ ਮਹਾਂਪੁਰਸ਼ ਕੀ ਕਹਿੰਦੇ ਨੇ ਤੇ ਛੋਟੇ ਮਹਾਂਪੁਰਸ਼ ਕੀ ਕਹਿੰਦੇ ਨੇ। ਫਿਰ ਸਮਝ ਆਏਗੀ ਕਿ ਸੱਚ ਕੀ ਕਹਿੰਦਾ, ਸੱਚ ਕੀ ਹੈ। ਅਗਲਾ ਬਚਨ ਕਰਦੇ ਨੇ, ਗੁਰਮੁਖ ਪਰਵਿਰਤ ਨਰਵਿਰਤ ਪਛਾਣੇ। ਦੇਖੋ ਹੁਣ ਸਾਨੂੰ ਹੋਰ ਕਿੰਨਾ ਪਿਆਰਾ ਉਪਦੇਸ਼ ਦੇ ਰਹੇ ਨੇ। ਪਰਵਿਰਤ ਦਾ ਮਤਲਬ ਹੁੰਦਾ ਹੈ ਗ੍ਰਹਿਣ ਕਰਨਾ, ਤੇ ਨਿਰਵਿਰਤ ਦਾ ਮਤਲਬ ਹੁੰਦਾ ਹੈ ਤਿਆਗ ਕਰਨਾ। ਦੋ ਰਾਸਤੇ ਨੇ, ਇੱਕ ਗ੍ਰਹਿਣ ਕਰਨਾ ਹੈ ਔਰ ਇੱਕ ਤਿਆਗਣਾ ਹੈ। ਜਿਵੇਂ ਹੁਣ ਸਾਡੇ ਬਾਬਿਆਂ ਨੇ ਗ੍ਰਸਤ ਨੂੰ ਤਿਆਗ ਦਿੱਤਾ, ਬਹੁਤ ਸਾਰੇ ਨੇ, ਲੱਖਾਂ ਦੀ ਗਿਣਤੀ ਵਿੱਚ ਜੋਗੀਆਂ ਨੇ ਗ੍ਰਸਤ ਨੂੰ ਤਿਆਗਿਆ ਸੀ। ਮਾਇਆ ਨੂੰ ਅਸੀਂ ਹੱਥ ਨਹੀਂ ਲਾਉਂਦੇ, ਆਮ ਹੁੰਦਾ ਹੈ ਨਾ। ਹੁਣ ਕਈ ਐਸੇ ਬਾਬੇ ਨੇ ਜਿਹੜੇ ਪੈਸੇ ਨੂੰ ਹੱਥ ਨਹੀਂ ਲਾਉਂਦੇ, ਤੇ ਉਹਨਾਂ ਦੇ ਜਿਹੜੇ ਚੇਲੇ ਨੇ ਉਹ ਫਿਰ ਚੁੱਕ ਕੇ ਸਾਰਾ ਪੈਸਾ ਥੈਲੇ 'ਚ ਪਾ ਲੈਂਦੇ ਨੇ। ਬੰਦਾ ਪੁੱਛੇ ਵੀ ਜਦੋਂ ਹੱਥ ਨਹੀਂ ਲਾਣਾ ਤੇ ਥੈਲੇ 'ਚ ਪਾ ਕੇ ਲਿਜਾਣ ਦੀ ਲੋੜ ਕੀ? ਫਿਰ ਉਹ ਲਿਖ ਕੇ ਦਿੰਦੇ ਨੇ ਕਿ ਆ ਫਲਾਣੀ ਕਾਰ ਲੈ ਆਓ, ਇੰਨੇ ਪੈਸੇ ਉਹਨੂੰ ਦੇ ਦਿਓ, ਯਾਨੀ ਸੰਚਾਲਨ ਆਪਣਾ ਹੀ ਹੈ। ਤਾਂ ਇਹ ਪਰਵਿਰਤ ਔਰ ਨਿਰਵਿਰਤ ਨੂੰ ਸਮਝ ਲੈਣਾ। ਗੁਰਮਤ ਮਾਰਗ ਹੈ ਪਰਵਿਰਤ ਦਾ, ਹਰ ਪਹਿਲੜੀ ਲਾਮ ਪਰਵਿਰਤੀ ਕਰਮ ਦ੍ਰਿੜਾਇਆ। ਬਲਰਾਮ ਜੀ ਉਹ ਨਿਰਵਿਰਤੀ ਦਾ ਤਿਆਗ ਕਰ ਦਿੱਤਾ ਹੈ। ਨਿਰਵਿਰਤੀ ਨੂੰ ਇੱਥੇ ਕੋਈ ਮਹਾਨਤਾ ਨਹੀਂ ਹੈ, ਇੱਥੇ ਮਹਾਨਤਾ ਹੈ ਪਰਵਿਰਤੀ ਦੀ। ਤੇ ਗੁਰਮੁਖ ਜਿਹੜਾ ਹੈ ਨਾ, ਉਹ ਇਹ ਸਮਝ ਜਾਂਦਾ ਹੈ ਕਿ ਕੀ ਤਿਆਗਣਾ ਹੈ ਤੇ ਕੀ ਗ੍ਰਹਿਣ ਕਰਨਾ ਹੈ। ਗੁਰਮੁਖ ਪਰਵਿਰਤ ਨਰਵਿਰਤ ਪਛਾਣੈ, ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਬੰਦਾ ਇਹ ਪਛਾਣ ਲੈਂਦਾ ਹੈ ਕਿ ਛੱਡਣਾ ਕੀ ਹੈ ਤੇ ਗ੍ਰਹਿਣ ਕੀ ਕਰਨਾ ਹੈ, ਉਹਨੂੰ ਸਮਝ ਪੈ ਜਾਂਦੀ ਹੈ। ਉਹ ਸੱਚ ਨੂੰ ਗ੍ਰਹਿਣ ਕਰ ਲੈਂਦਾ ਹੈ, ਝੂਠ ਨੂੰ ਤਿਆਗ ਦਿੰਦਾ ਹੈ। ਉਹ ਲੱਜਾ ਔਰ ਹਿਆ ਨੂੰ ਗ੍ਰਹਿਣ ਕਰ ਲੈਂਦਾ ਹੈ, ਨਿਰਲੱਜਤਾ ਨੂੰ ਤਿਆਗ ਦਿੰਦਾ ਹੈ। ਉਹ ਨਿਰਵੈਰਤਾ ਨੂੰ ਗ੍ਰਹਿਣ ਕਰ ਲੈਂਦਾ ਹੈ, ਵੈਰ ਭਾਵ ਨੂੰ ਛੱਡ ਦਿੰਦਾ ਹੈ। ਉਹ ਪ੍ਰੇਮ ਦਾ ਧਾਰਨੀ ਹੋ ਜਾਂਦਾ ਹੈ, ਈਰਖਾ ਦਵੇਸ਼ ਨੂੰ ਤਿਆਗ ਦਿੰਦਾ ਹੈ। ਉਹਨੂੰ ਸਮਝ ਹੁੰਦੀ ਹੈ ਕਿ ਤਿਆਗਣਾ ਕੀ ਹੈ। ਤੁਸੀਂ ਤੇ ਗ੍ਰਸਤ ਤਿਆਗ ਕੇ ਫਿਰ ਰਹੇ ਹੋ, ਕੱਪੜੇ ਪਾਣੇ ਤਿਆਗ ਦਿੱਤੇ ਨੇ, ਸਿਰ ਵਿੱਚ ਸਵਾਹ ਪਾਈ ਫਿਰਦੇ ਹੋ, ਕੰਨ ਪੜਵਾਈ ਫਿਰਦੇ ਹੋ, ਮੰਗਦੇ ਫਿਰਦੇ ਹੋ। ਤੁਸੀਂ ਤੇ ਕਿਰਤੀ ਤਿਆਗ ਦਿੱਤੀ, ਇਹ ਥੋੜੀ ਤਿਆਗਣਾ ਸੀ। ਗ੍ਰਸਤ ਥੋੜੀ ਤਿਆਗਣਾ ਸੀ, ਫਰਜ਼ ਥੋੜੀ ਛੱਡਣੇ ਸਨ, ਫਰਜ਼ ਨਿਭਾਣੇ ਸਨ। ਸੰਸਾਰ ਵਿੱਚ ਰਹਿਣਾ ਸੀ, ਚੰਗੀ ਜ਼ਿੰਦਗੀ ਜੀਣੀ ਸੀ, ਮਾੜੀ ਜ਼ਿੰਦਗੀ ਨੂੰ ਤਿਆਗਣਾ ਸੀ, ਮਾੜੀ ਸੋਚ ਤਿਆਗਣੀ ਸੀ, ਉਹ ਤਿਆਗੀ ਨਹੀਂ। ਦੇਸ਼ ਛੋੜ ਪਰਦੇਸੈਂ ਧਾਇਆ, ਪੰਜ ਚੰਡਾਲ ਨਾਲੇ ਲੈ ਆਇਆ। ਕਾਨ ਫਰਾਏ ਹਿਰਾਏ ਟੂਕਾ, ਘਰ ਘਰ ਮੰਗੇ ਤ੍ਰਿਪਤਾਵਨ ਤੇ ਚੂਕਾ। ਬੰਤਾ ਛੋੜ ਬਦ ਨਦਰ ਪਰ ਨਾਰੀ, ਵੇਸ਼ ਨ ਪਾਈਏ ਮਹਾਂ ਦੁਖਿਆਰੀ। ਹੁਣ ਗ੍ਰਸਤ ਛੱਡ ਕੇ ਜੰਗਲ ਵਿੱਚ ਆ ਗਏ ਹੋ। ਜਿਹੜੇ ਪੰਜ ਚੰਡਾਲ ਨੇ, ਬਿਰਤੀ ਹੈ ਮਾੜੀ, ਉਹ ਤੇ ਨਾਲ ਲਈ ਫਿਰਦੇ, ਉਹ ਤੇ ਤਿਆਗੇ ਨਹੀਂ। ਔਰਤ ਦਾ ਤਿਆਗ ਕਰ ਦਿੱਤਾ, ਹੁਣ ਪਰਾਈਆਂ ਔਰਤਾਂ ਦੇ ਉੱਤੇ ਧਿਆਨ ਰੱਖੀ ਫਿਰਦੇ ਹੋ। ਬੰਤਾ ਛੋੜ ਬਦ ਨਦਰ ਪਰ ਨਾਰੀ, ਹੁਣ ਖਬਰਾਂ ਛਾਪਦੀਆਂ ਨੇ ਫਲਾਂ ਬਾਬਾ ਉਥੋਂ ਔਰਤ ਲੈ ਕੇ ਚਲਾ ਗਿਆ। ਹੁਣ ਗਲਤੀ ਤੇ ਹੈ ਉਹਨਾਂ ਬਾਬਿਆਂ ਦੀ, ਬਿਲਕੁਲ ਗਲਤ ਨੇ, 101% ਗਲਤ ਨੇ। ਪਰ ਉਹਨਾਂ ਲੋਕਾਂ ਨੂੰ ਵੀ ਸਿਆਣੇ ਕਿਵੇਂ ਕਹਿ ਦਈਏ ਜੋ ਉਹਨਾਂ ਲੋਕਾਂ ਦੇ ਜਾ ਕੇ ਪੈਰਾਂ ਤੇ ਪੈ ਰਹੇ ਨੇ ਔਰ ਗਲਤ ਮਾਰਗ ਨੂੰ ਅਪਣਾ ਰਹੇ ਨੇ। ਸਾਨੂੰ ਵੀ ਅਕਲ ਦੇ ਧਾਰਨੀ ਲੋਕਾਂ ਨੂੰ ਹੋਣਾ ਚਾਹੀਦਾ ਹੈ, ਅਕਲ ਯੂਜ਼ ਕਰਨੀ ਚਾਹੀਦੀ ਹੈ। ਬੰਤਾ ਛੋੜ ਬਦ ਨਦਰ ਪਰ ਨਾਰੀ, ਵੇਸ਼ ਨਾ ਪਾਈਏ ਮਹਾਂ ਦੁਖਿਆਰੀ। ਬੋਲੇ ਨਾਹੀ ਹੋਏ ਬੈਠਾ ਮੋਨੀ, ਅੰਤਰ ਕਲਪ ਪੁਹਾਈਏ ਜੋਨੀ। ਹੁਣ ਮੌਨ ਧਾਰਨ ਕਰ ਲਿਆ, ਕਿਸੇ ਨਾਲ ਬੋਲਦਾ ਹੀ ਨਹੀਂ। ਬੋਲਣਾ ਥੋੜੀ ਛੱਡਣਾ ਸੀ,
ਬੋਲਣਾ ਸੀ ਜਬ ਲਗ ਦੁਨੀਆ ਰਹੀ ਹੈ, ਨਾਨਕ ਕਿਛ ਸੁਣੀਐ ਕਿਛ ਕਹੀਐ। ਪਰ ਗੁਰਮੁਖ ਨੂੰ ਪਤਾ ਲੱਗ ਜਾਂਦਾ ਹੈ ਕੀ ਬੋਲਣਾ ਹੈ ਔਰ ਕੀ ਨਹੀਂ ਬੋਲਣਾ। ਸੱਚ ਬੋਲਣਾ ਸੀ, ਝੂਠ ਦਾ ਤਿਆਗ ਕਰਨਾ ਸੀ। ਤਾਂ ਗੁਰਮੁਖ ਪਰਵਿਰਤ ਨਰਵਿਰਤ ਪਛਾਣੈ ਐ ਜੋਗੀ ਜਨੋ। ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਇਨਸਾਨ ਨੂੰ ਸਮਝ ਹੁੰਦੀ ਹੈ ਕੀ ਛੱਡਣਾ ਹੈ ਔਰ ਕੀ ਗ੍ਰਹਿਣ ਕਰਨਾ ਹੈ। ਉਹਨੂੰ ਪਤਾ ਹੁੰਦਾ ਹੈ ਮੈਂ ਸੱਚ ਨੂੰ ਗ੍ਰਹਿਣ ਕਰਨਾ ਹੈ ਔਰ ਝੂਠ ਨੂੰ ਤਿਆਗਣਾ ਹੈ। ਗੁਰਮੁਖ ਤਾਰੇ ਪਾਰ, ਜੋ ਗੁਰਮੁਖ ਹੈ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਉਹ ਆਪ ਵੀ ਸੰਸਾਰ ਸਮੁੰਦਰ ਤੋਂ ਤਰਦਾ ਹੈ ਤੇ ਦੂਜਿਆਂ ਨੂੰ ਵੀ ਤਾਰ ਕੇ ਪਰਲੇ ਕੰਢੇ ਲਾਉਂਦਾ ਹੈ। ਗੁਰਮੁਖ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ, ਜੋ ਗੁਰੂ ਗਿਆਨ ਦਾ ਧਾਰਨੀ ਹੈ, ਉਹਦੀ ਜ਼ਿੰਦਗੀ ਐਸੀ ਹੁੰਦੀ ਹੈ ਕਿ ਆਪ ਵੀ ਵਿਕਾਰਾਂ ਤੋਂ ਬਚਦਾ ਹੈ ਤੇ ਦੂਜਿਆਂ ਨੂੰ ਵੀ ਤਾਰਦਾ ਹੈ, ਦੂਜਿਆਂ ਨੂੰ ਵੀ ਬਚਾਉਂਦਾ ਹੈ, ਦੂਜਿਆਂ ਨੂੰ ਵੀ ਪ੍ਰੇਰਨਾ ਦੇਣੀ ਹੈ। ਆਪ ਵੀ ਬਚਣਾ ਇਹਨਾਂ ਕਰਮ ਕਾਂਡਾਂ ਤੋਂ ਔਰ ਦੂਜਿਆਂ ਨੂੰ ਵੀ ਪ੍ਰੇਰਨਾ ਦੇਣੀ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਪ ਕਿੰਨਾ ਮਹਾਨ ਜੀਵਨ ਜੀ ਰਹੇ ਨੇ ਤੇ ਉਹਨਾਂ ਯੋਗੀਆਂ ਨੂੰ ਵੀ ਉਪਦੇਸ਼ ਦੇ ਰਹੇ ਨੇ ਕਿ ਸੱਜਣੋ, ਤੁਸੀਂ ਇਹ ਛੱਡੋ ਕੰਮ ਤੇ ਆਪਣੇ ਘਰਾਂ ਦੇ ਜਾ ਕੇ ਕਿਰਤਕਾਰ ਕਰੋ, ਘਰ ਦੇ ਵਿੱਚ ਰਹਿ ਕੇ ਆਪਣੇ ਫਰਜ਼ਾਂ ਨੂੰ ਪੂਰੀਆਂ ਕਰੋ। ਬਾਕੀ ਸੰਸਾਰ ਵਿੱਚ ਜੋ ਰਾਜੇ ਨੇ ਜਾਂ ਸਮਾਜਿਕ ਜੋ ਪ੍ਰੋਬਲਮ ਸਨ, ਆਰਥਿਕ ਪ੍ਰੋਬਲਮ ਸਨ, ਉਹਨਾਂ ਸਾਰਿਆਂ ਨੂੰ ਗੁਰੂ ਪਾਤਸ਼ਾਹ ਜੀ ਨੇ ਸੱਚ ਦਾ ਗਿਆਨ ਦਿੱਤਾ ਹੈ ਕਿ ਭਲੇ ਪੁਰਸ਼ੋ, ਐਸ਼ ਢੰਗ ਦੀ ਜ਼ਿੰਦਗੀ ਜੀਵੋ, ਇਹਨਾਂ ਵਿਕਾਰਾਂ ਨੂੰ ਤਿਆਗੋ। ਤੇ ਜੋ ਬਾਬਿਆਂ ਯੋਗੀਆਂ ਦੇ ਚੱਕਰ ਵਿੱਚ ਪੈ ਸਨ, ਉਹਨਾਂ ਨੂੰ ਵੀ ਸਮਝਾਇਆ ਕਿ ਇਹਨਾਂ ਦੇ ਪੱਲੇ ਕੱਖ ਨਹੀਂ ਹੈ। ਆਪਣੀ ਗ੍ਰਸਤੀ ਨੂੰ ਠੀਕ ਢੰਗ ਦੇ ਨਾਲ ਜੀਓ, ਸੱਚ ਨੂੰ ਬੇਸ ਬਣਾ ਕੇ ਜ਼ਿੰਦਗੀ ਨੂੰ ਜੀਓ। ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਆਪ ਵੀ ਵਿਕਾਰਾਂ ਤੋਂ ਬਚਦਾ ਹੈ ਔਰ ਦੂਜਿਆਂ ਨੂੰ ਵੀ ਵਿਕਾਰਾਂ ਤੋਂ ਬਚਾਉਂਦਾ ਹੈ। ਤਾਂ ਅਸਾਂ ਵੀ ਆਪਣੇ ਇਸ ਫਰਜ਼ ਨੂੰ ਨਿਭਾਉਣਾ ਹੈ। ਆਪ ਵੀ ਇਹਨਾਂ ਕਰਮ ਕਾਂਡਾਂ ਤੋਂ, ਵਿਕਾਰਾਂ ਤੋਂ ਬਚਣਾ ਹੈ ਤੇ ਦੂਜਿਆਂ ਨੂੰ ਵੀ ਸੰਦੇਸ਼ ਉਪਦੇਸ਼ ਕਰਨਾ ਹੈ, ਦੂਜਿਆਂ ਨੂੰ ਵੀ ਪ੍ਰੇਰਨਾ ਦੇਣੀ ਹੈ। ਆਪ ਵੀ ਬਾਣੀ ਪੜ੍ਹਨੀ ਹੈ, ਵਿਚਾਰਨੀ ਹੈ, ਬਾਣੀ ਮੁਤਾਬਕ ਜ਼ਿੰਦਗੀ ਜੀਣੀ ਹੈ ਤੇ ਹੋਰਨਾਂ ਨੂੰ ਵੀ ਪ੍ਰੇਰਨਾ ਕਰਨੀ ਹੈ। ਭਾਈ ਬਾਣੀ ਨੂੰ ਪੜ੍ਹੋ, ਗੁਰਬਾਣੀ ਦੇ ਅਰਥ ਭਾਵਾਂ ਨੂੰ ਆਪ ਵਿਚਾਰੋ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਓ। ਤੁਹਾਡੀ ਜ਼ਿੰਦਗੀ ਹਲਕੀ ਫੁਲਕੀ ਹੋ ਜਾਏਗੀ, ਤੁਹਾਡਾ ਜੀਵਨ ਬੜਾ ਸੌਖਾ ਹੋ ਜਾਏਗਾ। ਨਾਨਕ ਗੁਰਮੁਖ ਸ਼ਬਦ ਨਿਸਤਾਰੇ, ਇੱਥੇ ਸ਼ਬਦ ਦੇ ਦੱਦੇ ਨਾਲ ਸਿਹਾਰੀ ਹੈ, ਸ਼ਬਦ ਦੇ ਰਾਹੀਂ। ਸ਼ਬਦ ਦੇ ਰਾਹੀਂ, ਇੱਥੇ ਸ਼ਬਦ ਦਾ ਮਤਲਬ ਹੈ ਗੁਰੂ ਦਾ ਉਪਦੇਸ਼, ਗੁਰੂ ਦਾ ਗਿਆਨ। ਹੇ ਨਾਨਕ, ਗੁਰੂ ਦੇ ਦੱਸੇ ਰਾਹਾਂ ਵਾਲਾ ਬੰਦਾ ਜਿਹੜਾ ਹੈ, ਗੁਰੂ ਉਪਦੇਸ਼ ਦੀ ਰਾਹੀਂ ਦੂਜਿਆਂ ਨੂੰ ਵੀ ਤਾਰਦਾ ਹੈ। ਉਹ ਆਪਣਾ ਉਪਦੇਸ਼ ਨਹੀਂ ਚਲਾਉਂਦਾ। ਯਾਦ ਰੱਖਣਾ, ਉਹ ਆਪਣਾ ਡੇਰਾ ਨਹੀਂ ਬਣਾਉਂਦਾ, ਉਹ ਆਪਣੀ ਵੱਖਰੀ ਮਰਿਆਦਾ ਨਹੀਂ ਕਾਇਮ ਕਰਦਾ। ਗੁਰੂ ਦੇ ਸ਼ਬਦ ਰਾਹੀਂ, ਗੁਰੂ ਉਪਦੇਸ਼ ਰਾਹੀਂ ਉਹ ਦੂਜਿਆਂ ਨੂੰ ਤਾਰਦਾ ਹੈ। ਉਹ ਇਹੀ ਕਹੇਗਾ ਕਿ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵੋ, ਮੈਂ ਵੀ ਗੁਰੂ ਗਿਆਨ ਮੁਤਾਬਕ ਜੀਵਨ ਜੀ ਰਿਹਾ, ਤੁਸੀਂ ਵੀ ਪਿਆਰਿਓ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਓ। ਤਾਂ ਜਿਹੜਾ ਗੁਰਮੁਖ ਗੁਰੂ ਦੇ ਚਰਨੀ ਪੈਣ ਵਾਲਾ ਹੈ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਜਿਸ ਨੇ ਗੁਰੂ ਦੀ ਮੱਤ ਹਾਸਲ ਕੀਤੀ ਹੈ, ਉਹ ਗੁਰੂ ਉਪਦੇਸ਼ ਮੁਤਾਬਕ ਜ਼ਿੰਦਗੀ ਜੀ ਕੇ ਦੂਜਿਆਂ ਦਾ ਵੀ ਪਾਰ ਉਤਾਰਾ ਕਰਦਾ ਹੈ, ਦੂਜਿਆਂ ਨੂੰ ਵੀ ਉਹ ਪ੍ਰੇਰਨਾ ਦਿੰਦਾ ਹੈ ਸ਼ਬਦ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ। ਨਾਮੇ ਰਾਤੇ ਹਉਮੈ ਜਾਏ। ਨਾਮ ਦਾ ਮਤਲਬ ਜੀ ਹੁਕਮ। ਰਾਤੇ ਦਾ ਮਤਲਬ ਜੋ ਰੰਗਿਆ, ਨਾਮ ਦੇ ਵਿੱਚ ਜੋ ਲੀਨ ਹੋ ਗਿਆ, ਹੁਕਮ ਵਿੱਚ ਜੋ ਰੰਗਿਆ ਗਿਆ, ਜਿਸ ਦੀ ਜ਼ਿੰਦਗੀ ਦੇ ਅੰਦਰ ਰੱਬੀ ਹੁਕਮ ਵਾਸਤੇ ਪ੍ਰੀਤ ਹੈ, ਜੋ ਮਨ ਵਚਨ ਕਰਕੇ ਹੁਕਮ ਅਨੁਸਾਰ ਜ਼ਿੰਦਗੀ ਜੀਂਦਾ ਹੈ, ਹਉਮੈ ਜਾਏ, ਉਹਦੀ ਹਉਮੈ ਮਿਟ ਜਾਂਦੀ ਹੈ। ਹੁਣ ਨਾਮ ਦੇ ਅੰਦਰ ਜੋ ਰੰਗਿਆ ਬੰਦਾ ਹੈ, ਉਹਦੀ ਨਿਸ਼ਾਨੀ ਕੀ ਹੈ? ਉਹਦੀ ਹਉਮੈ ਚਲੀ ਜਾਂਦੀ ਹੈ। ਤੇ ਜਿਹਦੀ ਹਉਮੈ ਚਲੀ ਜਾਏ, ਉਹਦੀ ਨਿਸ਼ਾਨੀ ਕੀ ਹੈ ਜੀ? ਨਾਨਕ ਹੁਕਮੈ ਜੀ ਬੁੱਝੈ, ਤਾਂ ਹਉਮੈ ਕਹਿਣਾ ਕੋਈ, ਉਹ ਮੈਂ ਨਹੀਂ ਕਰਦਾ, ਉਹਦੇ ਅੰਦਰ ਮੇਰ ਤੇਰ ਦੇ ਵਿਤਕਰੇ ਨਹੀਂ ਹੁੰਦੇ, ਉਹਨੂੰ ਆਪਣਾ ਆਪਾ ਹੀ ਚਾਰ ਚੁਫੇਰੇ ਦਿਸਦਾ ਹੈ। ਐਸੇ ਬੰਦੇ ਦੇ ਅੰਦਰ ਨਾ ਇਨਫੀਰੀਓਰਿਟੀ ਕੰਪਲੈਕਸ ਹੁੰਦਾ ਹੈ, ਨਾ ਸੁਪਰੀਓਰਿਟੀ ਕੰਪਲੈਕਸ ਹੁੰਦਾ ਹੈ। ਉਹ ਹਰ ਇਨਸਾਨ ਨੂੰ ਆਪਣੇ ਵਰਗਾ ਇੱਕ ਇਨਸਾਨ ਸਮਝਦਾ ਹੈ, ਲੋਕਾਂ ਦੇ ਨਾਲ ਨਿਮਰਤਾ ਦੇ ਨਾਲ ਪਿਆਰ ਮੁਹੱਬਤ ਵਾਲਾ ਵਰਤਾਵ ਕਰਦਾ ਹੈ। ਜਿਹੜੇ ਸੁੱਖ ਆਰਾਮ ਉਹ ਆਪਣੇ ਵਾਸਤੇ ਚਾਹੁੰਦਾ ਹੈ, ਉਹ ਦੂਜਿਆਂ ਵਾਸਤੇ ਵੀ ਚਾਹੁੰਦਾ ਹੈ। ਉਹਨੂੰ ਇਹ ਸਾਰਾ ਸੰਸਾਰ ਇੱਕ ਘਰ ਦਿਸਦਾ ਹੈ।
ਰੱਬ ਦੇ ਨਾਲ ਪਿਆਰ ਜਿਹੜੀ ਹੈ ਉਹ ਕੀ ਹੈ? ਰੱਬ ਹੈ ਕਿੱਥੇ? ਜੇ ਪੁੱਛੀਏ ਵੀ ਰੱਬ ਕਿੱਥੇ ਰਹਿੰਦਾ ਹੈ, ਤਾਂ ਗੁਰੂ ਜੀ ਕਹਿੰਦੇ ਨੇ ਕੁਦਰਤ ਕਰਕੇ ਵਸਿਆ ਸੋਏ ਕੁਦਰਤ ਦੇ ਵਿੱਚ ਰਹਿੰਦਾ ਹੈ, ਕੁਦਰਤ ਦੇ ਵਿੱਚ ਵਸ ਰਿਹਾ ਹੈ। ਘਟ ਘਟ ਮੈਂ ਹਰ ਜੂ ਬਸੇ। ਤੇ ਫਿਰ ਰੱਬ ਦੇ ਨਾਲ ਪਿਆਰ ਕਰਨ ਵਾਲਾ ਹਰ ਬੰਦੇ ਨਾਲ ਹੀ ਪਿਆਰ ਕਰੇਗਾ ਨਾ, ਕੁਦਰਤ ਦੇ ਨਾਲ ਪਿਆਰ ਕਰੇਗਾ, ਹਰ ਇਨਸਾਨ ਦੇ ਨਾਲ ਪਿਆਰ ਕਰੇਗਾ, ਕਿਉਂਕਿ ਹਰ ਇੱਕ ਦੇ ਵਿੱਚ ਰੱਬ ਹੈ ਨਾ। ਰੱਬ ਕੋਈ ਵੱਖਰਾ ਥੋੜਾ ਬੈਠਾ ਹੈ ਸੰਸਾਰ ਤੋਂ ਵੱਖਰਾ ਹੋ ਕੇ ਉੱਤੇ ਸੱਚਖੰਡ ਵਿੱਚ ਬੈਠਾ ਹੈ, ਜਾਂ ਕਿਤੇ ਉਹ ਸਵਰਗ ਵਿੱਚ ਬੈਠਾ ਹੈ, ਜਾਂ ਬੈਕੁੰਠ ਧਾਮ ਵਿੱਚ ਬੈਠਾ ਹੈ। ਇਨਸਾਨਾਂ ਦੇ ਵਿੱਚ ਹੀ ਹੈ ਨਾ, ਕੁਦਰਤ ਦੇ ਵਿੱਚ ਹੈ। ਤਾਂ ਫਿਰ ਮੇਰਾ ਤੁਹਾਡੇ ਨਾਲ ਹੀ ਪਿਆਰ ਹੋਏਗਾ ਨਾ, ਸਿੱਧਾ ਡਾਇਰੈਕਟ, ਰੱਬ ਦੀ ਤਰ੍ਹਾਂ, ਰੱਬ ਦੀ ਤਰ੍ਹਾਂ ਸਤਿਕਾਰ। ਜੇ ਦੇਖੋ ਸੋਚੋ ਕਿ ਜੇ ਲੋਕ ਐਵੇਂ ਜੀਣ ਲੱਗ ਜਾਣ, ਐਸੀ ਸੋਚ ਬਣ ਜਾਏ ਘਰਾਂ ਪਰਿਵਾਰਾਂ ਦੇ ਅੰਦਰ, ਤੇ ਕੈਸੇ ਘਰ ਪਰਿਵਾਰ ਹੋ ਜਾਣਗੇ। ਤਾਂ ਗੁਰੂ ਜੀ ਕਹਿੰਦੇ ਨੇ ਜੋ ਹੁਕਮ ਦੇ ਅੰਦਰ ਰੰਗਿਆ ਜਾਂਦਾ ਹੈ, ਉਹਦੇ ਅੰਦਰੋਂ ਮੈਂ ਮੇਰੀ ਮਿਟ ਜਾਂਦੀ ਹੈ। ਉਹਦੇ ਅੰਦਰ ਇਨਫੀਰੀਓਰਿਟੀ ਕੰਪਲੈਕਸ ਨਹੀਂ ਰਹਿੰਦਾ, ਸੁਪਰੀਓਰਿਟੀ ਕੰਪਲੈਕਸ ਨਹੀਂ ਰਹਿੰਦਾ, ਉਹਦੇ ਅੰਦਰ ਸਵਾਰਥ ਨਹੀਂ ਰਹਿੰਦਾ, ਉਹਦੇ ਅੰਦਰੋਂ ਮੇਰ ਤੇਰ ਦੇ ਵਿਤਕਰੇ ਮਿਟ ਜਾਂਦੇ ਨੇ। ਨਾਮ ਰਤੇ ਸੱਚ ਰਹੇ ਸਮਾਏ। ਜੋ ਨਾਮ ਦੇ ਵਿੱਚ ਰੰਗੇ ਨੇ, ਜੋ ਹੁਕਮ ਵਿੱਚ ਚੱਲ ਰਹੇ ਨੇ, ਉਹਨਾਂ ਦੀ ਨਿਸ਼ਾਨੀ ਕੀ ਹੈ? ਸੱਚ ਰਹੇ ਸਮਾਏ। ਉਹ ਸੱਚ ਦੇ ਅੰਦਰ ਸਮਾਏ ਰਹਿੰਦੇ ਨੇ, ਉਹਨਾਂ ਦੀ ਸੁਰਤ ਸੱਚ ਵਿੱਚ ਸਮਾਈ ਰਹਿੰਦੀ ਹੈ। ਯਾਨੀ ਉਹਨਾਂ ਦੀ ਜ਼ਿੰਦਗੀ ਵਿੱਚ ਹਮੇਸ਼ਾ ਸੱਚ ਹੋਏਗਾ, ਮਨ ਬਚਨ ਕਰਮ ਕਰਕੇ। ਉਹਨਾਂ ਦੀ ਸੋਚ ਸੱਚੀ ਹੋਏਗੀ, ਉਹਨਾਂ ਦੇ ਬੋਲ ਸੱਚੇ ਹੋਣਗੇ, ਉਹਨਾਂ ਦਾ ਵਿਹਾਰ ਸੱਚਾ ਹੋਏਗਾ, ਕਿਉਂਕਿ ਸੁਰਤ ਸੱਚ ਵਿੱਚ ਸਮਾਈ ਹੋਈ ਹੈ ਨਾ। ਜਿਹੜਾ ਹੁਣ ਹਰ ਵਕਤ ਸੱਚ ਵਿੱਚ ਲੀਨ ਹੈ, ਤਾਂ ਉਹਦੀ ਜ਼ਿੰਦਗੀ ਸੱਚੀ ਹੋਏਗੀ। ਪਰ ਜਿਹੜਾ ਬੰਦਾ ਸੱਚ ਵਿੱਚ ਲੀਨ ਨਹੀਂ ਹੈ, ਉਹ ਝੂਠ ਬੋਲੇਗਾ, ਨਿੱਕੀਆਂ ਨਿੱਕੀਆਂ ਗੱਲਾਂ ਤੇ ਝੂਠ। ਉਹਦੇ ਅੰਦਰ ਸਵਾਰਥ ਵੀ ਹੋਏਗਾ, ਤੇ ਜਿੱਥੇ ਸੱਚ ਨਹੀਂ ਹੋਏਗਾ, ਬਾਕੀ ਦੇ ਸਾਰੇ ਐਬ ਵੀ ਉੱਥੇ ਆ ਜਾਣਗੇ। ਉਹ ਈਰਖਾ ਵੀ ਕਰੇਗਾ, ਉਹ ਲੋਕਾਂ ਦੀ ਬਦਖੋਈ ਵੀ ਕਰੇਗਾ, ਉਹ ਚੁਗਲੀ ਨਿੰਦਾ ਵੀ ਕਰੇਗਾ, ਉਹ ਰਿਸ਼ਵਤਖੋਰੀ ਦੇ ਵਿੱਚ ਵੀ ਪਵੇਗਾ। ਉਹਦੇ ਅੰਦਰ ਹੋਰ ਵੀ ਬਹੁਤ ਸਾਰੇ ਵਿਕਾਰ ਆ ਜਾਣਗੇ, ਕਿਉਂਕਿ ਜਿੱਥੇ ਸੱਚ ਨਹੀਂ, ਉੱਥੇ ਅਗਿਆਨਤਾ ਦਾ ਹਨੇਰਾ ਹੈ। ਤੇ ਜਿੱਥੇ ਅਗਿਆਨਤਾ ਦਾ ਹਨੇਰਾ ਹੈ, ਬਾਕੀ ਪਾਪ ਵਿਕਾਰ ਆਟੋਮੈਟਿਕਲੀ ਆ ਜਾਣੇ ਨੇ। ਸੱਚ ਹੀ ਦਾਰੂ ਹੈ ਸਾਡੀ ਜ਼ਿੰਦਗੀ ਦਾ, ਸੱਚ ਸਭਨਾ ਹੋਈ ਦਾਰੂ, ਪਾਪ ਕੱਢੇ ਤੋਏ। ਇਸੇ ਕਰਕੇ ਗੁਰੂ ਜੀ ਨੇ ਸਾਨੂੰ ਗੋਲ ਦਿੱਤਾ ਹੈ ਸੱਚ ਦਾ, ਕਿਉਂ ਸਚਿਆਰਾ ਹੋਈ ਹੈ। ਤਾਂ ਨਾਮ ਰਤੇ ਸੱਚ ਰਹੇ ਸਮਾਏ। ਨਾਮ ਦਾ ਮਤਲਬ ਹੁਕਮ, ਰੱਬੀ ਰਜ਼ਾ, ਰੱਬੀ ਭਾਣਾ, ਸਿਸਟਮ। ਜੋ ਰੱਬੀ ਰਜ਼ਾ ਦੇ ਅੰਦਰ ਜੁੜਦਾ ਹੈ, ਉਹ ਹਮੇਸ਼ਾ ਸੱਚ ਦੇ ਅੰਦਰ ਸਮਾਇਆ ਰਹਿੰਦਾ ਹੈ। ਉਹ ਸੱਚ ਤੋਂ ਬਿਨਾ ਇੱਕ ਕਦਮ ਵੀ ਪੁੱਟਦਾ ਨਹੀਂ। ਨਾਮ ਰਤੇ ਜੋਗ ਜੁਗਤ ਵਿਚਾਰ। ਜੋਗ ਦਾ ਮਤਲਬ ਹੈ ਜੁੜਨਾ, ਰੱਬ ਦੇ ਨਾਲ ਜੁੜਨਾ, ਸੱਚ ਦੇ ਨਾਲ ਜੁੜਨਾ। ਹੁਣ ਜੋਗੀ ਕਹਿ ਰਹੇ ਨੇ ਕਿ ਯੋਗਾ ਕਰਨ ਦੇ ਨਾਲ ਰੱਬ ਨਾਲ ਜੁੜਿਆ ਜਾਏਗਾ, ਮੁਕਤੀ ਹੋਏਗੀ। ਔਰ ਮੁਕਤੀ ਪਾਉਣ ਵਾਸਤੇ ਸਾਨੂੰ ਕੰਨ ਪੜਵਾਣੇ ਪੈਣਗੇ, ਖੱਪਰ ਲੈਣਾ ਪਵੇਗਾ, ਮੰਗਣਾ ਪਵੇਗਾ, ਔਰ ਜੰਗਲਾਂ ਵਿੱਚ ਵਿਚਰਨਾ ਪਵੇਗਾ, ਸਿਰ ਵਿੱਚ ਰਾਖ ਪਾਣੀ ਪਵੇਗੀ, ਜਟਾਵਾਂ ਵਧਾਣੀਆਂ ਪੈਣਗੀਆਂ, ਜਾਂ ਹੋਰ ਕਰਮ ਨੇ ਨਾ। ਅਲੱਗ-ਅਲੱਗ ਫਿਰਕੇ ਨੇ, ਜੋਗੀਆਂ ਦੇ ਕਈ ਫਿਰਕੇ ਨੇ, ਹਰ ਫਿਰਕੇ ਦਾ ਆਪਣਾ ਆਪਣਾ ਮਰਿਆਦਾ, ਆਪਣਾ ਆਪਣਾ ਸਾਧਨ ਹੈ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਕੋਈ ਨਾਮ ਦੇ ਵਿੱਚ ਰਤਿਆ ਜਾਏ। ਨਾਮ ਦਾ ਮਤਲਬ ਕੀ ਹੈ ਜੀ? ਨਾਮ ਦਾ ਮਤਲਬ ਹੁਕਮ। ਜੋ ਹੁਕਮ ਨੂੰ ਸਮਝ ਲੈਂਦਾ ਹੈ, ਜੋ ਕੁਦਰਤ ਦੇ ਸਿਸਟਮ ਨੂੰ ਸਮਝ ਲੈਂਦਾ ਹੈ, ਜੋ ਲਾ ਆਫ ਨੇਚਰ ਨੂੰ ਸਮਝ ਲੈਂਦਾ ਹੈ। ਜੋਗ ਜੁਗਤ, ਜੋਗ ਦਾ ਮਤਲਬ ਜੁੜਨਾ, ਜੁਗਤ ਦਾ ਮਤਲਬ ਢੰਗ। ਉਹਨੂੰ ਜੁੜਨ ਦੀ ਜੁਗਤੀ ਮਿਲ ਜਾਂਦੀ ਹੈ, ਔਰ ਉਹਨੂੰ ਸਹੀ ਵਿਚਾਰ ਪ੍ਰਾਪਤ ਹੋ ਜਾਂਦੀ। ਵਿਚਾਰ ਦਾ ਮਤਲਬ ਵਿਚਾਰ। ਅਸਲ ਦੇ ਅੰਦਰ ਜੁੜਨ ਦੀ ਜੁਗਤ ਉਹ ਸਮਝ ਰਿਹਾ ਹੈ ਜਿਸਨੇ ਹੁਕਮ ਨੂੰ ਸਮਝ ਲਿਆ ਹੈ। ਫਿਰ ਉਹਨੂੰ ਸਹੀ ਵਿਚਾਰ ਵੀ ਮਿਲ ਜਾਂਦੇ ਨੇ, ਉਹਦਾ ਆਚਾਰ ਵਿਚਾਰ ਚੰਗਾ ਹੋ ਜਾਂਦਾ ਹੈ। ਹੁਣ ਰੱਬ ਦੇ ਨਾਲ ਜੁੜਨ ਦਾ ਜਿਹੜਾ ਢੰਗ ਹੈ ਉਹ ਕੀ ਹੈ? ਹੁਕਮ ਵਿੱਚ ਰਹਿਣਾ। ਇਹ ਚੀਜ਼ ਨੂੰ ਧਿਆਨ ਨਾਲ ਆਪਾਂ ਸਮਝਣਾ ਹੈ। ਰੱਬ ਹੈ ਕਿੱਥੇ? ਪਹਿਲੀ ਗੱਲ, ਰੱਬ ਹੈ ਕਿੱਥੇ? ਕੁਦਰਤ ਕਰਕੇ ਵਸਿਆ ਸੋਏ ਕੁਦਰਤ ਵਿੱਚ ਹੈ ਨਾ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ। ਔਰ
ਹਰ ਇਨਸਾਨ ਵਿੱਚ ਰੱਬ ਹੈ। ਘਟ ਘਟ ਮੈਂ ਹਰ ਜੂ ਬਸੈ, ਸਭ ਮੈਂ ਜੋਤ ਜੋਤ ਹੈ, ਸੋ ਇਹ ਸਰਬ ਵਿਆਪਕ ਹੈ ਨਾ। ਤੇ ਹੁਣ ਜੁੜਨਾ ਤੇ ਉਹਦੇ ਨਾਲ ਹੈ ਜੋ ਸਰਬ ਵਿਆਪਕ ਹੈ, ਮੇਰੇ ਵਿੱਚ, ਤੁਹਾਡੇ ਵਿੱਚ, ਹਰ ਥਾਂ ਤੇ ਹੈ। ਤੇ ਉਹਦੇ ਨਾਲ ਜੁੜਨ ਵਾਸਤੇ ਅੱਖਾਂ ਬੰਦ ਕਰਨ ਦੀ ਲੋੜ ਥੋੜਾ ਹੈ, ਸਮਾਧੀ ਲਾਉਣ ਦੀ ਲੋੜ ਥੋੜਾ ਹੈ। ਤੁਹਾਡੇ ਵਿੱਚ ਰੱਬ ਵੇਖਣ ਲਈ ਮੈਂ ਸਮਾਧੀ ਲਾਵਾਂ ਜਾਂ ਸਿਰ ਵਿੱਚ ਰਾਖ ਪਾਵਾਂ ਜਾਂ ਮੈਂ ਜੰਗਲਾਂ ਵਿੱਚ ਜਾਵਾਂ, ਇਹਨਾਂ ਚੀਜ਼ਾਂ ਦੀ ਜ਼ਰੂਰਤ ਥੋੜੀ ਹੈ। ਜ਼ਰੂਰਤ ਤਾਂ ਹੁਕਮ ਨੂੰ ਸਮਝਣ ਦੀ ਹੈ, ਸਿਸਟਮ ਨੂੰ। ਸਿਸਟਮ ਹੈ ਨਾ ਮਿਲਵਰਤਨ ਦਾ, ਸੋਚ ਦਾ। ਸਾਡਾ ਮਿਲਵਰਤਨ ਹੀ ਹੈ ਨਾ ਕਿ ਅਸੀਂ ਇੱਕ ਦੂਜੇ ਦੇ ਵੈਰੀ ਬਣੇ ਹੋਏ ਹਾਂ, ਮੇਰ ਤੇਰ ਦੇ ਵਿਤਕਰੇ ਨੇ। ਤੇ ਜੇ ਸਾਡੇ ਅੰਦਰ ਚੰਗੀ ਵਿਚਾਰ ਆ ਜਾਏ, ਹੁਕਮ ਨੂੰ ਸਮਝ ਕੇ, ਸਿਸਟਮ ਨੂੰ ਸਮਝ ਕੇ ਕਿ ਸਾਰਾ ਕੁਝ ਹੈ ਤੇ ਇੱਕ ਹੀ ਹੈ, ਇਹ ਵਿਚਾਰ ਸਾਡੇ ਅੰਦਰ ਆ ਜਾਏ ਤੇ ਸਾਡੇ ਅੰਦਰ ਜੁੜਨ ਦੀ ਜੁਗਤੀ ਆ ਜਾਏਗੀ। ਅਸੀਂ ਉਸ ਅੰਦਰਲੇ ਸੱਚ ਦੇ ਨਾਲ ਜੁੜ ਜਾਵਾਂਗੇ, ਸਾਡੇ ਵਿਛੋੜੇ ਖਤਮ ਹੋ ਜਾਣਗੇ। ਬੰਦਾ ਬੰਦੇ ਦੇ ਅੰਦਰ ਰੱਬ ਨੂੰ ਵੇਖ ਸਕੇਗਾ, ਬੰਦਾ ਬੰਦੇ ਦੀ ਕਦਰ ਰੱਬ ਵਰਗੀ ਕਰ ਸਕੇਗਾ। ਤੇ ਇਹ ਜੋਗੀ ਜਨੋ, ਜ਼ਰੂਰਤ ਇਸ ਚੀਜ਼ ਦੀ ਹੈ ਕਿ ਰੱਬੀ ਹੁਕਮ ਨੂੰ ਸਮਝ ਕੇ ਰੱਬ ਦੇ ਨਾਲ ਜੁੜਨ ਦੀ ਜਿਹੜੀ ਇਹ ਵਿਚਾਰ ਪ੍ਰਾਪਤ ਹੁੰਦੀ ਹੈ ਔਰ ਜੀਵਨ ਦੀ ਜੁਗਤ ਮਿਲਦੀ ਹੈ। ਤਾਂ ਇਹਦਾ ਕੇਂਦਰੀ, ਇਹਦਾ ਭਾਵ ਕੀ ਹੋਇਆ? ਭਾਵ ਅਰਥ ਕਿ ਰੱਬੀ ਰਜਾ ਦੇ ਅੰਦਰ ਤੁਰਿਆ ਹੀ ਜੀਵਨ ਦੀ ਉਹ ਜੁਗਤ ਮਿਲ ਜਾਂਦੀ ਹੈ, ਜਿਸ ਜੁਗਤ ਰਾਹੀਂ, ਜਿਸ ਜੀਵਨ ਜੁਗਤ ਨੂੰ ਅਪਣਾ ਕੇ ਅਸੀਂ ਅੰਦਰਲੇ ਵਾਸਤੇ ਰੱਬ ਦੇ ਨਾਲ ਜੁੜਦੇ ਹਾਂ। ਔਰ ਰੱਬੀ ਹੁਕਮ ਰਾਹੀਂ ਹੀ ਸਾਨੂੰ ਮਹਾਨ ਵੱਡੀ ਵਿਚਾਰ ਪ੍ਰਾਪਤ ਹੁੰਦੀ ਹੈ। ਨਾਮ ਰਤੇ ਪਾਵਹਿ ਮੋਖ ਦੁਆਰ। ਇੱਥੇ ਪਾਵਹਿ ਹਾਹੇ ਨਾਲ ਸਿਹਾਰੀ ਹੈ। ਜਦੋਂ ਵੀ ਕਿਰਿਆਵਾਚੀ ਸ਼ਬਦ ਦੇ ਆਖਰੀ ਹਾਹੇ ਨਾਲ ਸਿਹਾਰੀ ਹੋਵੇ ਤਾਂ ਆਮ ਕਰਕੇ ਉਹ ਬਹੁਵਚਨੀ ਸ਼ਬਦ ਹੁੰਦਾ ਹੈ। ਉਹਦਾ ਉਚਾਰਨ ਨਾਸਕੀ ਹੋਏਗਾ, ਬਿੰਦੀ ਲਗਾ ਕੇ। ਪਾਵਹਿ, ਨਾਮ ਰਤੇ ਪਾਵਹਿ ਮੋਖ ਦੁਆਰ। ਜੋ ਨਾਮ ਵਿੱਚ ਰੰਗੇ ਹੋਏ ਨੇ, ਜਿਨ੍ਹਾਂ ਦੀ ਨਾਮ ਦੇ ਨਾਲ ਪ੍ਰੀਤ ਹੈ, ਨਾਮ ਦਾ ਮਤਲਬ ਹੁਕਮ, ਜਿਨ੍ਹਾਂ ਦੀ ਹੁਕਮ ਦੇ ਨਾਲ ਪ੍ਰੀਤ ਹੈ, ਰੱਬੀ ਰਜਾ ਦੇ ਨਾਲ ਪ੍ਰੀਤ ਹੈ। ਪਾਵੇਂ ਮੋਖ ਦੁਆਰ, ਉਹ ਮੋਕਸ਼ ਪਦਵੀ ਹਾਸਲ ਕਰ ਲੈਂਦੇ ਨੇ, ਮੋਖ ਦੁਆਰਾ ਲੱਭ ਲੈਂਦੇ ਨੇ, ਮੁਕਤੀ ਦਾ ਰਾਹ ਲੱਭ ਲੈਂਦੇ ਨੇ। ਹੁਣ ਮੁਕਤੀ ਦਾ ਰਾਹ ਕੀ ਹੈ? ਸਿਸਟਮ ਦੇ ਵਿੱਚ ਤੁਰਨਾ, ਰੱਬੀ ਰਜਾ ਦੇ ਵਿੱਚ ਤੁਰਨਾ, ਰੱਬੀ ਰਜਾ ਮੁਤਾਬਕ ਜ਼ਿੰਦਗੀ ਜੀਣੀ, ਰੱਬੀ ਗੁਣਾਂ ਦੇ ਧਾਰਨੀ ਹੋਣਾ, ਉਹ ਮੋਖ ਦੁਆਰਾ ਹਾਸਲ ਕਰ ਲੈਂਦੇ ਨੇ। ਤਾਂ ਮੁਕਤੀ ਕੋਈ ਮਰਨ ਤੋਂ ਬਾਅਦ ਨਹੀਂ ਹੈ, ਮੁਕਤੀ ਜਿਉਂਦਿਆਂ ਹੈ, ਵਿਕਾਰਾਂ ਤੋਂ, ਈਰਖਾ ਦਵੇਸ਼, ਮੇਰ ਤੇਰ, ਲੋਭ ਮੋਹ ਹੰਕਾਰ ਵਗੈਰਾ, ਜਿੰਨੇ ਵੀ ਇਹ ਪਾਪ ਨੇ, ਅਪਰਾਧ ਨੇ, ਇਹਨਾਂ ਤੋਂ ਮੁਕਤ ਹੋਣਾ ਹੀ ਮੁਕਤੀ ਹੈ। ਉਸਤਤ ਨਿੰਦਿਆ ਨਾਹੀਂ ਜਿਹੇ, ਕੰਚਨ ਲੋਹ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਮਰਨ ਤੋਂ ਬਾਅਦ ਕੋਈ ਨਰਕ ਸਵਰਗ ਨਹੀਂ, ਮਰਨ ਤੋਂ ਬਾਅਦ ਮੁਕਤੀ ਨਹੀਂ, ਜਿਉਂਦਿਆਂ ਮੁਕਤੀ ਹੈ, ਔਰ ਉਹ ਮੁਕਤੀ ਹੈ ਵਿਕਾਰਾਂ ਤੋਂ। ਤਾਂ ਨਾਮ ਰਤੇ ਪਾਵਹਿ ਮੋਖ ਦੁਆਰ, ਜੋ ਪ੍ਰਭੂ ਦੇ ਹੁਕਮ ਅੰਦਰ, ਜੋ ਰੱਬੀ ਗੁਣਾਂ ਦੇ ਨਾਲ ਰੰਗੇ ਜਾਂਦੇ ਨੇ, ਮਨ ਮਸਤਕ ਵਿੱਚ ਰੱਬੀ ਗੁਣਾਂ ਨੂੰ ਵਸਾ ਲੈਂਦੇ ਨੇ, ਉਹ ਇਨਸਾਨ ਮੋਕਸ਼ ਪਦਵੀ ਪਾ ਲੈਂਦੇ ਨੇ, ਮੋਖ ਦਾ ਦੁਆਰਾ ਪਾ ਲੈਂਦੇ ਨੇ, ਉਹਨਾਂ ਨੂੰ ਮੁਕਤੀ ਦਾ ਰਾਹ ਲੱਭ ਜਾਂਦਾ ਹੈ। ਨਾਮ ਰਤੇ ਤ੍ਰਿਭਵਨ ਸੋਝੀ ਹੋਏ, ਇਹਨੂੰ ਤਿਰ ਭਵਨ ਨਹੀਂ ਪੜਨਾ, ਤ੍ਰੀ ਕਰਕੇ ਬੋਲਣਾ ਹੈ। ਤੱਤੇ ਦੇ ਪੈਰ ਥੱਲੇ ਅੱਧਾ ਰਾਰਾ ਹੈ। ਨਾਮ ਰਤੇ ਤ੍ਰਿਭਵਨ ਸੋਝੀ ਹੋਏ। ਤ੍ਰਿਭਵਨ ਦਾ ਮਤਲਬ ਤਿੰਨਾਂ ਭਵਨਾਂ ਦੀ, ਯਾਨੀ ਸਾਰੇ ਸੰਸਾਰ ਦੀ ਸੂਝ ਆ ਜਾਂਦੀ ਹੈ। ਕੀ ਸੂਝ ਆ ਜਾਂਦੀ ਹੈ? ਅਸਲੀਅਤ ਦਾ ਪਤਾ ਲੱਗ ਜਾਂਦਾ ਹੈ ਕਿ ਇਹ ਸਾਰਾ ਸੰਸਾਰ ਹੁਕਮ ਦੇ ਅੰਦਰ ਚੱਲ ਰਿਹਾ ਹੈ। ਸਮਝ ਆ ਜਾਂਦੀ ਹੈ ਕਿ ਸਾਰੇ ਸੰਸਾਰ ਦੇ ਅੰਦਰ ਜਿਹੜਾ ਹੈ ਰੱਬ ਵਸ ਰਿਹਾ ਹੈ, ਹਰ ਥਾਂ ਤੇ ਪ੍ਰਭੂ ਵਸ ਰਿਹਾ ਹੈ। ਘਟ ਘਟ ਮੈਂ ਹਰ ਜੂ ਬਸੈ, ਜਲ ਥਲ ਮਹੀਲ ਪੂਰਿਆ। ਇਸ ਚੀਜ਼ ਦੀ ਸਮਝ ਪੈ ਜਾਂਦੀ ਹੈ। ਤੇ ਜਿਸ ਬੰਦੇ ਨੂੰ ਇਹ ਸਮਝ ਪੈ ਜਾਏ ਕਿ ਸਾਰੀ ਕਾਇਨਾਤ, ਸਾਰਾ ਸੰਸਾਰ ਰੱਬੀ ਹੁਕਮ ਵਿੱਚ ਤੁਰ ਰਿਹਾ ਹੈ, ਸਾਰੀ ਕਾਇਨਾਤ ਦੇ ਅੰਦਰ ਉਹ ਪ੍ਰਭੂ ਕੁਦਰਤ ਵਿੱਚ ਆਪ ਸਮਾਇਆ ਹੋਇਆ ਹੈ, ਤਾਂ ਫਿਰ ਉਹਦੀ ਸਾਂਝ ਬਣਦੀ ਹੈ ਕੁਦਰਤ ਦੇ ਨਾਲ, ਰੱਬ ਵਾਲੀ। ਉਹਦੀ ਫਿਰ ਸਾਂਝ ਬਣ ਜਾਂਦੀ ਇਨਸਾਨਾਂ ਦੇ ਨਾਲ, ਰੱਬ ਵਾਲੀ। ਫਿਰ ਉਹਦੇ ਅੰਦਰੋਂ ਆਪਣੀ ਜਿਹੜੀ ਨਿੱਕੀ ਜੀ ਅਪਣੱਤ ਹੈ ਨਾ, ਉਹ ਮੁੱਕ ਜਾਂਦੀ ਹੈ। ਉਹਦੇ ਅੰਦਰੋਂ ਆਪਣੀ ਜੋ ਨਿੱਕੇ ਨਿੱਕੇ ਸਵਾਰਥ ਨੇ, ਉਹ ਮੁੱਕ ਜਾਂਦੇ ਨੇ। ਔਰ ਸਾਰਿਆਂ ਦੇ ਅੰਦਰ ਉਹ ਰੱਬ ਨੂੰ ਵੇਖ ਕੇ ਸਾਰੇ ਸੰਸਾਰ ਨੂੰ ਆਪਣਾ ਇੱਕ ਘਰ
ਆਪਣਾ ਇੱਕ ਪਰਿਵਾਰ ਸਮਝਦਾ ਹੈ ਤੇ ਜੋ ਸੁੱਖ ਉਹ ਆਪਣੇ ਵਾਸਤੇ ਚਾਹੁੰਦਾ ਹੈ ਨਾ, ਉਹ ਸੁੱਖ ਉਹ ਸਾਰਿਆਂ ਵਾਸਤੇ ਲੋਚਦਾ ਹੈ। ਜਿਵੇਂ ਸਿੱਖ ਹਰ ਰੋਜ਼ ਅਰਦਾਸ ਕਰਦਾ ਹੈ ਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ, ਉਹ ਸਰਬੱਤ ਦਾ ਭਲਾ ਮੰਗਦਾ ਹੈ ਤੇ ਨਿਰਾ ਲਫ਼ਜ਼ੀ ਨਹੀਂ ਮੰਗਦਾ, ਉਹ ਸਰਬੱਤ ਦਾ ਭਲਾ ਕਰਦਾ ਹੈ। ਤੇ ਜੇ ਹਰ ਇਨਸਾਨ ਦੇ ਅੰਦਰ ਇਹ ਬਿਰਤੀ ਪੈਦਾ ਹੋ ਜਾਏ ਦੂਜੇ ਦਾ ਭਲਾ ਕਰਨ ਦੀ, ਹਰ ਇਨਸਾਨ ਦੂਜੇ ਦਾ ਭਲਾ ਕਰੇ, ਕੋਈ ਬੁਰਾ ਨਾ ਕਰੇ, ਈਰਖਾ ਦੁਆਸ਼ ਨਾ ਕਮਾਏ, ਕਿਸੇ ਦੇ ਰਾਹਾਂ ਦੇ ਵਿੱਚ ਰੋੜੇ ਨਾ ਅਟਕਾਏ, ਕਿਸੇ ਦੀ ਹੈਲਪ ਕਰੇ, ਭਲਾ ਕਰੇ, ਮੈਂ ਤੁਹਾਡਾ ਤੁਸੀਂ ਮੇਰਾ, ਇੱਕ ਦੂਜੇ ਦਾ ਭਲਾ ਕਰੀਏ, ਇੱਕ ਦੂਜੇ ਦਾ ਸਹਿਯੋਗ ਕਰੀਏ, ਤਾਂ ਇਹ ਸੰਸਾਰ ਕਿੰਨਾ ਸੁਹਾਵਣਾ ਬਣ ਜਾਏਗਾ। ਇੱਕ ਕਹਾਣੀ ਹੈ ਨਿੱਕੀ ਜੀ, ਕਹਾਣੀ ਕਹਿ ਰਿਹਾ ਪਰ ਸਿੱਖਿਆਦਾਇਕ। ਕਹਿੰਦੇ ਨੇ ਕਿਸੇ ਪਿੰਡ ਦੇ ਵਿੱਚ 50,000 ਘਰ ਸੀ ਤੇ ਉਹਨਾਂ ਨੇ ਇੱਕ ਸ਼ਰਤ ਰੱਖੀ ਹੋਈ ਸੀ ਕਿ ਜਦੋਂ ਕਿਸੇ ਦਾ ਵਿਆਹ ਤਾਂ ਉਹਨੂੰ 1-1 ਰੁਪਈਆ ਔਰ 1-1 ਇੱਟ ਜ਼ਰੂਰ ਦੇਵਾਂਗੇ। 1-1 ਰੁਪਈਆ ਤੇ 1-1 ਇੱਟ। ਹੁਣ ਜਦੋਂ ਕੋਈ ਖੁਸ਼ੀ ਦਾ ਪ੍ਰੋਗਰਾਮ ਹੋਣਾ ਜਾਂ ਕੋਈ ਪ੍ਰੋਗਰਾਮ ਵੈਸਾ ਹੋਣਾ ਤੇ ਸਾਰੇ ਪਿੰਡ ਨੇ 1-1 ਇੱਟ ਤੇ 1-1 ਰੁਪਈਆ ਦੇ ਦੇਣਾ। ਹੁਣ ਹਰ ਬੰਦੇ ਦੇ ਕੋਲ ਜਦੋਂ ਕੋਈ ਪ੍ਰੋਗਰਾਮ ਹੈ ਤਾਂ 50,000 ਰੁਪਈਆ ਕੈਸ਼ ਆ ਗਿਆ ਤੇ 50,000 ਇੱਟ ਆ ਗਈ। ਹੁਣ 50,000 ਇੱਟ ਤੇ ਜਿਹਦੇ ਕੋਲ 50,000 ਰੁਪਈਆ ਆ ਜਾਏ ਉਹਦਾ ਮਕਾਨ ਪੱਕਾ ਬਣ ਗਿਆ। ਇਸ ਤਰ੍ਹਾਂ ਇਹ ਸਾਰਾ ਪਿੰਡ ਹੀ ਪੱਕਾ ਸੀ ਤੇ ਫਰਕ ਤੇ ਕੋਈ ਨਹੀਂ ਨਾ ਪਿਆ, 1 ਇੱਟ ਤੇ 1 ਰੁਪਈਆ। ਜੇ ਬਿਰਤੀ ਆ ਜਾਏ, ਕਹਾਣੀ ਹੈ ਸਿਰਫ, ਪਰ ਜੇ ਬਿਰਤੀ ਆ ਜਾਏ, ਦੇਣਾ ਤੇ ਆਪਣਾ ਹੀ ਹੈ ਨਾ। ਜਦੋਂ ਤੁਹਾਡਾ ਪ੍ਰੋਗਰਾਮ ਹੋਏਗਾ ਤੁਹਾਡੇ ਘਰ ਵਾਪਸ 1-1 ਰੁਪਈਆ ਕਰਕੇ ਦੇਣਾ, 1-1 ਇੱਟ ਕਰਕੇ ਦੇਣਾ ਤੇ ਬੜਾ ਸੌਖਾ ਕੰਮ ਹੈ। ਹੌਲੇ ਹੌਲੇ ਸਾਰਾ ਪਿੰਡ ਹੀ ਪੱਕਾ ਹੋ ਗਿਆ ਨਾ। ਤਾਂ ਐਸਾ ਹੋ ਸਕਦਾ ਹੈ ਦਸਵੰਧ ਇਸੇ ਵਾਸਤੇ ਸੀ, ਭਲੇ ਵਾਸਤੇ ਸੀ। ਜੇ ਹਰ ਬੰਦਾ ਦੂਜੇ ਦਾ ਭਲਾ ਕਰੇ, ਜਿੰਨਾ ਵੀ ਕਰ ਸਕਦਾ ਹੈ ਸਹਿਯੋਗ ਕਰੇ, ਤਾਂ ਸੰਸਾਰ ਕਿੰਨਾ ਸੁਹਾਵਣਾ ਹੋ ਜਾਏਗਾ। ਇਸੇ ਨੂੰ ਕਹਿੰਦੇ ਨੇ ਨਾਮ ਰਤੇ ਤ੍ਰਿਭਵਨ ਸੂਝੀ ਹੋਏ। ਉਹਨੂੰ ਤਿੰਨਾਂ ਭਵਨਾਂ ਦੀ ਸੂਝ ਪੈ ਜਾਂਦੀ ਹੈ ਕਿ ਸਾਰੇ ਸੰਸਾਰ ਵਿੱਚ ਪ੍ਰਭੂ ਵਸ ਰਿਹਾ ਹੈ, ਹਰ ਇਨਸਾਨ ਦੇ ਅੰਦਰ ਰੱਬ ਵਸਦਾ ਹੈ, ਸਾਰਿਆਂ ਦੀਆਂ ਲੋੜਾਂ ਮੇਰੇ ਵਾਲੀਆਂ ਨੇ, ਸਾਰਿਆਂ ਦੀਆਂ ਭਾਵਨਾਵਾਂ ਉਹੀ ਨੇ ਜੋ ਮੇਰੀਆਂ ਨੇ। ਉਹ ਹਰ ਇੱਕ ਦੇ ਨਾਲ ਫਿਰ ਐਸਾ ਵਿਹਾਰ ਕਰਦਾ ਹੈ, ਉਹਨੂੰ ਇਸ ਚੀਜ਼ ਦੀ ਸੂਝ ਔਰ ਸਮਝ ਆ ਜਾਂਦੀ ਹੈ। ਨਾਨਕ ਨਾਮ ਰਤੇ ਸਦਾ ਸੁਖ ਹੋਏ। ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਹ ਸਿੱਧ ਜਨੋ, ਜੇ ਹੁਕਮ ਦੇ ਵਿੱਚ ਬੰਦਾ ਰੰਗਿਆ ਜਾਏ ਨਾ ਤਾਂ ਉਸ ਬੰਦੇ ਦੀ ਜ਼ਿੰਦਗੀ ਦੇ ਅੰਦਰ ਸदैਵੀਂ ਸੁਖ ਪ੍ਰਾਪਤ ਹੋ ਜਾਂਦਾ ਹੈ। ਨਾਨਕ ਨਾਮ ਰਤੇ ਸਦਾ ਸੁਖ ਹੋਏ, ਉਹਦੀ ਜ਼ਿੰਦਗੀ ਦੇ ਅੰਦਰ ਸदैਵੀਂ ਸੁਖ ਪ੍ਰਾਪਤ ਹੋ ਜਾਏਗਾ, ਸदैਵੀਂ ਸੁਖ ਉਹਨੂੰ ਮਿਲ ਜਾਏਗਾ। ਜੇ ਸਦਾ ਵਾਸਤੇ ਕੋਈ ਨਾਮ ਦੇ ਅੰਦਰ ਰੰਗਿਆ ਜਾਂਦਾ ਹੈ, ਯਾਨੀ ਰੱਬੀ ਹੁਕਮ ਦੇ ਅੰਦਰ ਤੁਰਦਾ ਹੈ, ਤਾਂ ਸदैਵੀਂ ਸੁਖ ਹੈ। ਕਿਉਂਕਿ ਦੁੱਖ ਸਿਸਟਮ ਨੂੰ ਤੋੜਨ ਕਰਕੇ ਨੇ, ਸੁੱਖ ਸਿਸਟਮ ਦੇ ਅੰਦਰ ਚੱਲਣ ਦੇ ਨਾਲ ਨੇ ਤੇ ਦੁੱਖ ਸਿਸਟਮ ਨੂੰ ਤੋੜਨ ਦੇ ਨਾਲ ਨੇ। ਇਸ ਲਈ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਇਹ ਸਿੱਧ ਜਨੋ, ਗ੍ਰਸਤ ਤਿਆਗ ਕੇ ਬਾਬੇ ਬਣਨ ਦੀ ਲੋੜ ਨਹੀਂ, ਜੰਗਲਾਂ ਵਿੱਚ ਵਿਚਰਨ ਦੀ ਲੋੜ ਨਹੀਂ, ਸਿਰ ਵਿੱਚ ਰਾਖ ਪਾਉਣ ਦੀ ਲੋੜ ਨਹੀਂ, ਮਾਲਾ ਫੇਰਨ ਦੀ ਲੋੜ ਨਹੀਂ, ਸਮਾਧੀਆਂ ਲਾਉਣ ਦੀ ਲੋੜ ਨਹੀਂ, ਪਹਾੜਾਂ ਵਿੱਚ ਚੜਨ ਦੀ ਲੋੜ ਨਹੀਂ, ਗੁਫਾਵਾਂ ਭੋਰਿਆਂ ਵਿੱਚ ਵੜਨ ਦੀ ਲੋੜ ਨਹੀਂ। ਰੱਬੀ ਹੁਕਮ ਨੂੰ ਸਮਝਣ ਦੀ ਜ਼ਰੂਰਤ ਹੈ, ਗਿਆਨ ਦੀ ਸਹੀ ਵਰਤੋਂ ਕਰਨ ਦੀ ਲੋੜ ਹੈ, ਮਨ ਬਚਨ ਕਰਮ ਕਰਕੇ ਸੱਚ ਦੇ ਧਾਰਨੀ ਹੋਣ ਦੀ ਲੋੜ ਹੈ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦੀ ਜ਼ਰੂਰਤ ਹੈ। ਤਾਂ ਇਹ ਜ਼ਿੰਦਗੀ ਜਿਹੜੀ ਹੈ ਸੌਖੀ ਔਰ ਆਸਾਨ ਹੋ ਜਾਵੇਗੀ। ਤਾਂ ਗੁਰੂ ਪਾਤਸ਼ਾਹ ਜੀ ਰਹਿਮਤ ਔਰ ਬਖਸ਼ਿਸ਼ ਕਰਨ ਕਿ ਅਸੀਂ ਗੁਰੂ ਜੀ ਦੀ ਪਾਵਨ ਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਨੂੰ ਆਪ ਵਿਚਾਰੀਏ ਔਰ ਗੁਰਮਤ ਅਨੁਸਾਰ ਆਪਣੀ ਮੱਤ ਨੂੰ ਸਹੀ ਯੂਜ਼ ਕਰੀਏ, ਗਿਆਨ ਦੀ ਵਰਤੋਂ ਕਰੀਏ, ਗਿਆਨ ਦੀ ਵਰਤੋਂ ਸੱਚ ਵਾਸਤੇ ਕਰੀਏ। ਤਾਂ ਇਹ ਜੀਵਨ, ਸਾਡੇ ਪਰਿਵਾਰ, ਸਾਡਾ ਸੰਸਾਰ ਬੜਾ ਸੁਹਾਵਣਾ ਔਰ ਸੌਖਾ ਹੋ ਸਕਦਾ ਹੈ। ਇੱਥੇ ਮੈਂ ਖਿਮਾ ਦਾ ਜਾਚਕ ਹਾਂ।